ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅਸੀਂ ਜੋ ਵੀ ਸਾਡੇ ਮਸਾਇਲ ਹਨ, ਮਸਲੇ ਹਨ, ਜੋ ਵੀ ਮੁੱਦੇ ਹਨ, ਉਹ ਖਬਰਾਂ ਜਿਹੜੀਆਂ ਸਾਡੇ ਨਾਲ ਤਲਕ ਰੱਖਦੀਆਂ ਹਨ ਔਰ ਅੱਜ ਘਟਨਾਵਾਂ ਵਾਪਰ ਰਹੀਆਂ ਹਨ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਤਿਹਾਸ ਦਾ ਇੱਕ ਅੰਗ ਬਣਨਗੀਆਂ। ਔਰ ਜਿਵੇਂ ਅਸੀਂ ਪਿਛਲੇ ਬੀਤ ਚੁੱਕੇ ਇਤਿਹਾਸਕ ਵਰਕਿਆਂ ਦੇ ਵਿੱਚੋਂ ਬਹੁਤ ਕੁਝ ਹਾਸਲ ਕਰਦੇ ਹਾਂ ਔਰ ਜਿਸ ਤੇਜ਼ੀ ਦੇ ਨਾਲ ਅੱਜ ਸਾਰਾ ਕੁਝ ਵਾਪਰ ਰਿਹਾ ਹੈ, ਉਸ ਦੇ ਉੱਤੇ ਨਜ਼ਰ ਰੱਖਣੀ ਔਰ ਖਾਸ ਕਰਕੇ ਪੰਥਕ ਨਜ਼ਰੀਏ ਦੇ ਨਾਲ ਉਸ ਨੂੰ ਵਾਚਣਾ ਬਹੁਤ ਮਹੱਤਵਪੂਰਨ ਹੈ। ਚੋਣਾਂ ਦਾ ਦੌਰ ਹੈ, ਭਾਂਤ-ਭਾਂਤ ਦੇ ਲੀਡਰ ਹਨ, ਰੰਗ ਬਰੰਗੀਆਂ ਪਾਰਟੀਆਂ ਹਨ, ਬਹੁਤ ਲੁਭਾਵਣੇ ਵਾਅਦੇ ਹਨ, ਬਾਤਨੀ ਅਸਮਾਨ ਗਿਰਾਵੇ ਵਾਲੀ ਗੱਲ ਹੈ, ਬਹੁਤ ਕੁਝ ਦਿੱਤਾ ਜਾ ਰਿਹਾ ਹੈ ਗੱਲੀ ਜ਼ਬਾਨੀ। ਪਰ ਇੱਕ ਗੱਲ ਬੜੀ ਮਹੱਤਵਪੂਰਨ ਔਰ ਬੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਿੰਨੀਆਂ ਵੀ ਪਾਰਟੀਆਂ ਹਨ, ਭਾਵੇਂ ਪੰਥਕ ਅਖਵਾਉਣ ਵਾਲੀਆਂ ਜਾਂ ਸਿੱਧੇ ਪੱਧਰੇ ਆਪਣੇ ਆਪ ਨੂੰ ਸੈਕੂਲਰ ਅਖਵਾਉਣ ਵਾਲੀਆਂ ਜਾਂ ਬਿਲਕੁਲ ਹਿੰਦੂਤਵਾ ਦੀਆਂ ਗੱਲ ਕਰਨ ਵਾਲੀਆਂ, ਤੇ ਫਿਰ ਜਾਂ ਕੋਈ ਆਮ ਆਦਮੀ ਪਾਰਟੀ ਹੈ, ਸਵਾਲ ਇਹ ਹੈ ਕਿ ਜਦੋਂ ਤੋਂ ਸਿੱਖ ਇਤਿਹਾਸ ਦਾ ਆਰੰਭ ਹੁੰਦਾ ਹੈ, ਹਰ ਵੇਲੇ ਕੋਈ ਨਾ ਕੋਈ ਪੰਥਕ ਜਥੇਬੰਦੀ ਹੁੰਦੀ ਸੀ ਜਿਹੜੀ ਪੰਥ ਦੀ ਗੱਲ ਕਰਦੀ ਸੀ। ਅੱਜ ਇਸ ਗੱਲ ਨੂੰ ਬਹੁਤ ਹੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਅੱਜ ਕੋਈ ਵੀ ਪੰਥਕ ਪਾਰਟੀ ਨਹੀਂ ਹੈ। ਪੰਥਕ ਪਾਰਟੀ ਦਾ ਲੇਬਲ ਅਖਵਾ ਲੈਣਾ, ਪੰਥਕ ਅਖਵਾ ਲੈਣਾ। ਰਾਮ ਲਾਲ ਵਰਮਾ ਵੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਣ ਸਕਦੇ ਹਨ, ਪਰ ਉਹ ਪੰਥ ਜਿਸ ਪੰਥ ਦੇ ਅੱਗੇ ਗੁਰੂ ਸਾਹਿਬ ਨੇ ਸਿਰ ਨਿਵਾਇਆ, ਉਹ ਪੰਥ ਕਿਹੜਾ ਹੈ, ਪੰਥ ਕਿਸ ਨੂੰ ਕਹਿੰਦੇ ਹਨ, ਔਰ ਉਸ ਪੰਥ ਦੀ ਗੱਲ ਕਰਨ ਵਾਲੀ ਪੰਥਕ ਪਾਰਟੀ ਕਿਹੜੀ ਹੈ? ਕਿਹੜੀ ਪਾਰਟੀ ਹੈ ਜਿਹੜੀ ਪੰਥ ਦੇ ਉਹਨਾਂ ਮੁੱਦਿਆਂ ਨੂੰ ਜਿਨ੍ਹਾਂ ਦੀ ਖਾਤਰ ਸਾਰਾ ਇਤਿਹਾਸ ਸਿਰਜਿਆ ਗਿਆ, ਉਹਦੇ ਲਈ ਕੀਮਤਾਂ ਦਿੱਤੀਆਂ ਗਈਆਂ, ਔਰ ਘੱਲੂਘਾਰਿਆਂ ਦੇ ਬਾਅਦ 1947 ਔਰ ਘੱਲੂਘਾਰਿਆਂ ਦੇ ਬਾਅਦ ਅੱਜ ਜੋ ਮੌਜੂਦਾ ਹਾਲਤ ਹੈ ਪੰਥ ਦੀ, ਪਰ ਕੀ ਕੋਈ ਪੰਥਕ ਪਾਰਟੀ ਹੈ? ਜੇਕਰ ਇਮਾਨਦਾਰੀ ਨਾਲ ਪੁੱਛਿਆ ਜਾਏ ਤਾਂ ਪੰਥਕ ਅਖਵਾਂਦੇ ਆਗੂ ਵੀ ਕਹਿਣਗੇ ਜਵਾਬ ਨਾ ਵਿੱਚ ਆਏਗਾ। ਇਹ ਸਵਾਲ ਬੜਾ ਮੁੱਢਲਾ ਬੇਸਿਕ ਸਵਾਲ ਹੈ, ਇਸ ਨੂੰ ਜ਼ਰੂਰ ਵਿਚਾਰੋ। ਕੀ ਸਾਨੂੰ ਕਿਸੇ ਪੰਥਕ ਪਾਰਟੀ ਦੀ ਲੋੜ ਹੈ? ਜ਼ਰੂਰੀ ਨਹੀਂ ਕਿ ਉਹ ਰਾਜਨੀਤਿਕ ਪਾਰਟੀ ਹੋਏ, ਜ਼ਰੂਰੀ ਨਹੀਂ ਕਿ ਉਹ ਚੋਣਾਂ ਦੀ ਗੱਲ ਕਰੇ, ਜ਼ਰੂਰੀ ਨਹੀਂ ਕਿ ਉਹ ਕੇਵਲ ਰਾਜਨੀਤਿਕ ਦਾਅ ਪੇਚ ਦੇ ਨਾਲ ਆਪਣਾ ਰਾਜ ਕਾਇਮ ਕਰਨ ਦੀ ਗੱਲ ਕਰੇ, ਪਰ ਕੀ ਕੋਈ ਐਸੀ ਨਿਰੋਲ ਪੰਥਕ ਜਥੇਬੰਦੀ ਹੈ ਜਿਹੜੀ ਪੰਥਕ ਮੁੱਦਿਆਂ ਦੇ ਉੱਤੇ ਪਹਿਰਾ ਦੇਵੇ, ਉਹਨਾਂ ਦੀ ਗੱਲ ਕਰੇ? ਅੱਜ ਦਾ ਇਹ ਸਵਾਲ ਬਹੁਤ ਹੀ ਅਹਿਮ ਹੈ ਔਰ ਤੁਹਾਡੇ ਨਜ਼ਰ ਹੈ। ਅੱਜ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਬਰਸੀ ਹੈ। ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਸ਼ਖਸੀਅਤ ਇੱਕ ਵਿਰੋਧਾਭਾਸ ਦੇ ਵਿੱਚ ਕਈ ਕਿਸਮ ਦੀਆਂ ਉਹਨਾਂ ਦੇ ਅੰਦਰ ਅਸਮੰਜਸ ਵੀ ਸੀ, ਦੁਬਦਾਵਾਂ ਵੀ ਸਨ, ਕਈ ਰੋਹ ਉਹਨਾਂ ਦੇ ਵਿੱਚ ਸਨ, ਪਰ ਐਸੀ ਸ਼ਖਸੀਅਤ ਜੋ ਕਿ 1947 ਤੋਂ ਲੈ ਕੇ 1947 ਦੇ ਵਿੱਚ ਜਿਸ ਨੇ ਪਟਿਆਲਾ ਦੇ ਅਕਾਲੀ ਜਥੇ ਨੂੰ ਜੁਆਇਨ ਕੀਤਾ, ਉਹਦੇ ਜਨਰਲ ਸਕੱਤਰ ਬਣੇ ਔਰ 1 ਅਪ੍ਰੈਲ 2004 ਤੱਕ ਨਾ ਤਾਂ ਜਥੇਦਾਰ ਟੋੜਾ ਕਿਸੇ ਹੋਰ ਪਾਰਟੀ ਵਿੱਚ ਗਏ, ਨਾ ਤਾਂ ਉਹ ਕਿਸੇ ਦੂਜੀ ਰਾਜਨੀਤਿਕ ਪਾਰਟੀ ਵਿੱਚ ਗਏ, ਔਰ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੇ ਪੰਥਕ ਕਿਰਦਾਰ ਔਰ ਸਰੂਪ ਨੂੰ ਸਾਹਮਣੇ ਰੱਖਿਆ।
ਇਹ ਤਸਵੀਰ ਤੁਸੀਂ ਵੇਖ ਰਹੇ ਹੋ, ਬੜੀ ਹੀ ਦਿਲਚਸਪ ਹੈ। ਜਿਹੜੀ ਇਸ ਤੋਂ ਪਹਿਲੇ ਤਸਵੀਰ ਸੀ, ਕੇਵਲ ਸਿੰਘ ਬਾਦਲ ਜਿਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਣੇ, ਟੋੜਾ ਸਾਹਿਬ ਨੇ ਉਸੇ ਵੇਲੇ ਉਹਨਾਂ ਦੀ ਦਾੜੀ ਦੇ ਉੱਤੇ ਹੱਥ ਰੱਖ ਕੇ ਕਿਹਾ, ਭਾਈ ਇਹ ਰੰਗੀ ਹੋਈ ਦਾੜੀ ਦੇ ਨਾਲ ਪ੍ਰਧਾਨਗੀ ਨਹੀਂ ਚੱਲਣੀ, ਔਰ ਉਹਨਾਂ ਨੂੰ ਉਸੇ ਵੇਲੇ ਉੱਥੇ ਹੀ ਉਹਨਾਂ ਦੇ ਕੋਲੋਂ ਪ੍ਰਣ ਕਰਵਾਇਆ। ਐਸੀ ਦਲੇਰੀ, ਐਸੀ ਸਾਫ਼ ਗੋਈ ਇਹ ਜਥੇਦਾਰ ਟੋੜਾ ਦੇ ਵਿੱਚ ਸੀ। ਇਹ ਜੋ ਤਸਵੀਰ ਦੇਖ ਰਹੇ ਹੋ, ਜਦੋਂ ਟੋੜਾ ਸਾਹਿਬ ਦਾ ਸਮਝੌਤਾ ਹੋਇਆ, ਜਦੋਂ ਬਾਦਲ ਧੜੇ ਦੇ ਨਾਲ, ਤਾਂ ਇੱਕ ਕਾਰਟੂਨ ਛਪਿਆ ਜਿਹਦੇ ਵਿੱਚ ਤਕੜੀ ਦੇ ਵਿੱਚ ਇੱਕ ਪਾਸੇ ਅਸੂਲ, ਮਰਿਆਦਾ ਔਰ ਸਾਰੀਆਂ ਚੀਜ਼ਾਂ, ਦੂਜੇ ਪਾਸੇ ਬਾਦਲ ਸਾਹਿਬ ਤੇ ਟੋੜਾ ਸਾਹਿਬ ਦੀ ਤਸਵੀਰ ਸੀ ਜਿਹੜੀ ਭਾਰੀ ਹੋ ਗਈ, ਤੇ ਤਕੜੀ ਦੇ ਉੱਤੇ ਫੁੰਮਣ ਭਾਰਤੀ ਜਨਤਾ ਪਾਰਟੀ ਦਾ ਕਮਲ ਫੁੱਲ ਸੀ, ਔਰ ਉਹ ਭਾਰੇ ਹੋ ਗਏ, ਅਸੂਲ ਹੋਲੇ ਹੋ ਗਏ, ਔਰ ਥੱਲੇ ਬਡੂੰਗਰ ਸਾਹਿਬ ਕਹਿ ਰਹੇ ਸਨ, ਇन्हीं ਲੋਗੋਂ ਨੇ ਲੈ ਲੀ ਨਾ ਦੁਪੱਟਾ ਮੇਰਾ। ਜਦੋਂ ਇਹ ਕਾਰਟੂਨ ਛਪਿਆ, ਟੋੜਾ ਸਾਹਿਬ ਆਏ, ਕਹਿਣ ਲੱਗੇ, ਤੁਸੀਂ ਇਹ ਮੇਰਾ ਕਾਰਟੂਨ ਛਾਪਿਆ, ਪਰ ਹੋਰ ਤਿੱਖਾ ਲਿਖੋ, ਹੋਰ ਤਿੱਖੇ ਲਿਖਣ ਦੀ ਲੋੜ ਹੈ, ਅਸੀਂ ਇਸ ਤੋਂ ਵੱਧ ਡਿਜ਼ਰਵ ਕਰਦੇ ਹਾਂ। ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ, ਇਹ ਟੋੜਾ ਸਾਹਿਬ ਦੀ ਹਰਮੰਦਰ ਸਾਹਿਬ ਦੇ ਵਿੱਚ ਅਖੀਰਲੀ ਤਸਵੀਰ ਹੈ। ਇਹ ਚਾਹਾਂਗੇ ਅਸੀਂ ਜੇ ਪੂਰੀ ਦਿਖਾ ਸਕੀਏ, ਅਗਰ ਪੂਰੇ ਫਰੇਮ ਦੇ ਵਿੱਚ ਅਗਰ ਇਹ ਤਸਵੀਰ ਦਿਖਾਈ ਜਾ ਸਕੇ, ਤੇ ਟੋੜਾ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਜਿਸ ਦਿਨ ਹੋਈ, ਉਹ ਆਪਣੀ ਬਾਂਹ ਫੜ ਕੇ ਬੈਠ ਗਏ। ਉਹਨਾਂ ਦੇ ਸਾਥੀਆਂ ਨੇ ਕਿਹਾ, ਟੋੜਾ ਸਾਹਿਬ ਅੰਦਰ ਚਲੇ ਚਲੋ, ਕਹਿਣ ਲੱਗੇ ਲੋਕੀ ਕਹਿਣਗੇ ਡਰਾਮੇ ਕਰਦਾ, ਪਰ ਇੱਥੇ ਉਹਨਾਂ ਨੂੰ ਬੜਾ ਮੇਜਰ ਹਾਰਟ ਅਟੈਕ ਹੋਇਆ। ਔਰ ਉਸ ਤੋਂ ਬਾਅਦ ਜਿਸ ਵੇਲੇ ਅੱਗੇ ਬਾਹਰ ਆਏ ਤਾਂ ਉਹਨਾਂ ਦੇ ਚਿਹਰੇ ਦੇ ਉੱਤੇ ਗਾਰ ਲੱਗੀ ਹੋਈ ਸੀ ਕਾਰ ਸੇਵਾ ਦੀ, ਔਰ ਉਹ ਉਹਨਾਂ ਦੀ ਸ਼ਾਇਦ ਅੰਤਮ ਤਸਵੀਰ ਹੈ, ਜਿਸ ਵੇਲੇ ਦਰਬਾਰ ਸਾਹਿਬ ਦੇ ਵਿੱਚੋਂ ਇਹ ਵੀ ਤਸਵੀਰ ਅਸੀਂ ਤੁਹਾਨੂੰ ਫੁੱਲ ਫਰੇਮ ਦੇ ਵਿੱਚ ਦਿਖਾਣੀ ਚਾਹਾਂਗੇ, ਜਿਹਦੇ ਵਿੱਚ ਟੋੜਾ ਸਾਹਿਬ ਦੇ ਚਿਹਰੇ ਦੇ ਉੱਤੇ ਸਰੋਵਰ ਦੀ ਉਹ ਗਾਰ ਹੈ ਜਿਹੜੀ ਉਹਨਾਂ ਨੇ ਲੱਗੀ ਹੋਈ। ਔਰ ਇਸ ਤੋਂ ਬਾਅਦ ਉਹ ਜਿਹੜਾ ਦਰਸ਼ਨੀ ਡਿਓੜੀ ਦਾ ਕਮਰਾ ਹੈ, ਉੱਥੇ ਜਾ ਕੇ ਪੈ ਗਏ, ਔਰ ਉਹਦੇ ਬਾਅਦ ਉੱਠ ਨਹੀਂ ਸਕੇ। ਸਵਾਲ ਇਹ ਹੈ ਕਿ ਟੋੜਾ ਸਾਹਿਬ ਦੀ ਜਿਹੜੀ ਪਰਸਨੈਲਿਟੀ ਸੀ, ਉਹ ਐਸੀ ਸੀ ਕਿ ਉਹਨਾਂ ਨੂੰ ਲੋਕਾਂ ਨੇ ਪੋਪ ਆਫ ਦਾ ਸਿਕਸ ਵੀ ਕਿਹਾ, ਪੰਥ ਰਤਨ ਵੀ ਕਿਹਾ, ਕਿੰਗ ਮੇਕਰ ਵੀ ਕਿਹਾ, ਉਹਨਾਂ ਨੂੰ ਮਸੀਹਾ ਵੀ ਕਿਹਾ, ਰਿਫਾਰਮਿਸਟ ਵੀ ਕਿਹਾ, ਕਾਮਰੇਡ ਵੀ ਕਿਹਾ, ਉਹਨਾਂ ਨੂੰ ਚਾਲਾਕ ਲੋਮੜੀ ਤੱਕ ਕਿਹਾ, ਔਰ ਮੈਕੇਵੈਲੀ ਵੀ ਕਿਹਾ। ਪਰ ਇਹਨਾਂ ਸਾਰਿਆਂ ਦੇ ਬਾਵਜੂਦ ਉਹ ਇੱਕ ਜਥੇਦਾਰ ਸਨ, ਪੰਥ ਦੇ ਜਥੇਦਾਰ ਸਨ, ਔਰ ਉਹਨਾਂ ਦੀਆਂ ਕਮੀਆਂ, ਉਹਨਾਂ ਦੀਆਂ ਸ਼ਖਸੀਅਤ, ਉਹਨਾਂ ਦੇ ਜਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ, ਉਹਨੂੰ ਜ਼ਰੂਰ ਮੁਲਾਂਕਣ ਕਰਨ ਦੀ ਲੋੜ ਹੈ। ਟੋੜਾ ਸਾਹਿਬ ਲੋਕ ਸਭਾ ਦੇ ਮੈਂਬਰ ਰਹੇ, ਔਰ 5 ਵਾਰੀ ਰਾਜ ਸਭਾ ਦੇ ਮੈਂਬਰ ਵੀ ਰਹੇ। 6 ਵਾਰੀ ਉਹਨਾਂ ਦੇ ਉੱਤੇ ਇਲਜ਼ਾਮ ਲੱਗਾ ਕਿ ਟੋੜਾ ਸਾਹਿਬ ਨਿਰੰਕਾਰੀ ਭਵਨ ਵੀ ਗਏ। ਪਿੱਛੇ ਜੇ ਜਥੇਦਾਰ ਰਣਜੀਤ ਸਿੰਘ ਜਿਹੜੇ ਉਸ ਵੇਲੇ ਜਥੇਦਾਰ ਸਨ, ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਉਹ ਤਸਵੀਰ ਜਿਹੜੀ ਪੇਸ਼ ਕੀਤੀ ਗਈ ਸੀ ਉਹ ਜਾਲੀ ਸੀ, ਔਰ ਉਹਨਾਂ ਨੇ ਇਹ ਖੁੱਲ੍ਹੇਆਮ ਕਿਹਾ ਕਿ ਅੱਜ ਵੀ ਅਗਰ ਕੋਈ ਸਬੂਤ ਦੇ ਦੇਵੇ ਤਾਂ ਉਹ ਆਪਣੇ ਆਪ ਨੂੰ ਗਲਤੀ ਔਰ ਸਜ਼ਾ ਮੰਨਣ ਲਈ ਤਿਆਰ ਹਨ। ਪਰ ਇੱਕ ਗੱਲ ਜ਼ਰੂਰ ਹੈ, ਸ਼੍ਰੋਮਣੀ ਅਕਾਲੀ ਦਲ ਜਿਸ ਦਾ 1925 ਤੋਂ ਇਤਿਹਾਸ ਚੱਲ ਰਿਹਾ ਸੀ, ਭਾਰਤ ਸਰਕਾਰ, ਕਾਂਗਰਸ, ਪੰਡਿਤ ਨਹਿਰੂ ਇਸ ਨੂੰ ਨਹੀਂ ਤੋੜ ਸਕੇ ਸੀ। ਪਰ ਅਖੀਰ ਦੇ ਵਿੱਚ ਇਹ ਬਹੁਤ ਹੀ ਇੱਕ ਅਫਸੋਸ ਵਾਲੀ ਗੱਲ ਹੈ ਕਿ ਜਦੋਂ ਅਕਾਲੀ ਦਲ ਦੋ ਫਾੜ ਹੋਇਆ, ਔਰ ਉਹ ਇੱਕ ਐਸੇ ਇਸ਼ੂ ਦੇ ਉੱਤੇ ਹੋਇਆ ਕਿ ਪੰਥ ਦੇ ਵਿੱਚ ਹੀ ਜ਼ਾਤ ਬਰਾਦਰੀ ਦੇ ਨਾਮ ਦੇ ਉੱਤੇ ਵੰਡਿਆ ਗਿਆ, ਔਰ ਉਸ ਵੇਲੇ ਟੋੜਾ ਸਾਹਿਬ, ਤਲਵੰਡੀ ਸਾਹਿਬ ਤੇ ਬਾਦਲ ਸਾਹਿਬ ਇਹ ਸਾਰੇ ਇੱਕ ਪਾਸੇ ਹੋ ਗਏ, ਔਰ ਸਰਦਾਰ ਕਪੂਰ ਸਿੰਘ, ਮਾਸਟਰ ਤਾਰਾ ਸਿੰਘ, ਹਰਗੁਰਨਾਥ ਸਿੰਘ ਵਗੈਰਾ ਇਹ ਦੋ ਧੜੇ ਹੋ ਗਏ।
ਪਰ ਜਿਹੜੇ ਉਹ ਅਕਾਲੀ ਦਲ ਦਾ ਭੋਗ ਪੈ ਗਿਆ ਜਿਹੜਾ ਓਰੀਜਨਲ ਸੀ। ਔਰ ਇਸ ਦੇ ਬਾਅਦ ਇਹ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜੋ ਹਾਲਤ ਹੈ ਉਸ ਨੂੰ ਕਿੰਨੀ ਕੁ ਪੰਥਕ ਰਹਿ ਗਈ, ਕਿੰਨੀ ਕੁ ਹੈਗੀ ਹੈ। ਪਰ ਇੱਕ ਗੱਲ ਕਹਿਣ ਵਿੱਚ ਕੋਈ ਇਤਰਾਜ਼ ਨਹੀਂ, ਕੋਈ ਗੁਰੇਜ਼ ਨਹੀਂ, ਭਾਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ, ਜਥੇਦਾਰ ਹੋਣ ਜਾਂ ਹੋਰ ਕੋਈ ਵੀ ਅਹੁਦੇਦਾਰ ਹੋਣ, ਦਿਨ ਪਰ ਦਿਨ ਜਦੋਂ ਵੀ ਸਮਾਂ ਬੀਤੇਗਾ, ਜਿਹੜਾ ਵੀ ਨਵਾਂ ਅਹੁਦੇਦਾਰ ਆਏਗਾ, ਲੱਗਦਾ ਹੈ ਸਾਡੀ ਕਿਸਮਤ ਇੱਦਾਂ ਦੀ ਹੈ, ਇਹੀ ਕਿਹਾ ਜਾਏਗਾ ਕਿ ਪਹਿਲੇ ਵਾਲਾ ਬਹੁਤ ਅੱਛਾ ਸੀ। ਇੱਕ ਗੱਲ ਟੋੜਾ ਸਾਹਿਬ ਦੀ ਬੜੀ ਕਹਿਣੀ ਬਣਦੀ ਹੈ। ਬਹੁਤ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਟੋੜਾ ਸਾਹਿਬ ਤੁਸੀਂ ਆਪਣੀ ਜੀਵਨੀ ਲਿਖ ਜਾਓ, ਤੁਸੀਂ ਆਪਣੇ ਮੈਮੋਇਰਸ ਲਿਖ ਦਿਓ, ਪਰ ਨਹੀਂ, ਪਤਾ ਨਹੀਂ ਕਿਉਂ ਉਹ ਇਸ ਤੋਂ ਗੁਰੇਜ਼ ਕਰ ਗਏ। ਨਾ ਤਾਂ ਉਹਨਾਂ ਨੇ ਕੋਈ ਲੰਬਾ ਇੰਟਰਵਿਊ ਦਿੱਤਾ ਔਰ ਨਾ ਹੀ ਉਹਨਾਂ ਨੇ ਕਿਸੇ ਹੋਰ ਇਸ ਨੂੰ ਲਿਖਵਾਇਆ। ਕੁਝ ਗੱਲਾਂ ਟੋੜਾ ਸਾਹਿਬ ਦੀਆਂ, ਜਦੋਂ 1984 ਵਿੱਚ ਗੁਰੂ ਨਾਨਕ ਨਿਵਾਸ ਤੋਂ ਸੰਤ ਜਰਨੈਲ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਗਏ, ਪ੍ਰੈਸ ਵਾਲਿਆਂ ਨੇ ਟੋੜਾ ਸਾਹਿਬ ਨੂੰ ਪੁੱਛਿਆ, ਟੋੜਾ ਸਾਹਿਬ ਸੰਤ ਜੀ ਅਕਾਲ ਤਖਤ ਤੇ ਗਏ? ਉਹਨਾਂ ਦਾ ਜਵਾਬ ਸੀ, ਸੰਤ ਜੀ ਬਾਦਸ਼ਾਹ ਹਨ, ਜਿੱਥੇ ਮਰਜ਼ੀ ਰਹਿਣ, ਉਹਨਾਂ ਦੀ ਮਰਜ਼ੀ ਹੈ। ਔਰ 1984 ਘੱਲੂਘਾਰੇ ਵੇਲੇ ਜਿਸ ਵੇਲੇ ਹਮਲਾ ਹੋਇਆ, ਕੁਝ ਲੋਕ ਉਹਨਾਂ ਦੇ ਉੱਤੇ ਗਏ, ਉਹਨਾਂ ਦੇ ਕੋਲ ਗਏ ਟੋੜਾ ਸਾਹਿਬ ਕੋਲ ਕਿ ਤੁਸੀਂ ਅਨਾਉਂਸ ਕਰੋ ਖਾਲਿਸਤਾਨ ਦਾ। ਉਹਨਾਂ ਨੇ ਕਿਹਾ ਕਿ ਲੜਾਈ ਲੱਗੀ ਹੋਈ ਹੈ, ਇਸ ਵੇਲੇ ਜਰਨੈਲ ਸੰਤ ਜਰਨੈਲ ਸਿੰਘ ਹਨ, ਅਸੀਂ ਸਿਪਾਹੀ ਹਾਂ, ਤੁਸੀਂ ਉਹਨਾਂ ਕੋਲੋਂ ਲਿਖਵਾ ਲਓ, ਅਸੀਂ ਉਹਦੇ ਤੇ ਨਾਲ ਦਸਤਖਤ ਕਰ ਦਿਆਂਗੇ। ਉਹਨਾਂ ਦੀ ਰਾਜਨੀਤਿਕ ਸੂਝ-ਬੂਝ ਵੀ ਜਿਹੜੀ ਹੈ ਉਹ ਵੀ ਬਹੁਤ ਅਹਿਮ ਸੀ। ਪਟਨਾ ਸਾਹਿਬ ਦੇ ਵਿੱਚ ਜਿਸ ਵੇਲੇ ਆਏ, ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਫਲਾਣੀ ਕਿਤਾਬ ਹੈ, ਉਸ ਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਔਰ ਤੁਸੀਂ ਸਰਦਾਰ ਹੁਕਮ ਸਿੰਘ ਨੂੰ ਉਸ ਸਿੰਘ ਸਭਾ ਦਾ ਪ੍ਰਧਾਨ ਬਣਾਇਆ ਹੈ ਜਿਸ ਦਾ ਨਾਅਰਾ ਸੀ ਹਮ ਹਿੰਦੂ ਨਹੀਂ, ਪਰ ਹੁਕਮ ਸਿੰਘ ਦੀ ਪਾਰਲੀਮੈਂਟ ਦੇ ਵਿੱਚ ਸਪੀਚ ਇਸ ਦੇ ਬਿਲਕੁਲ ਉਲਟ ਹੈ। ਟੋੜਾ ਸਾਹਿਬ ਨੇ ਖੁੱਲ੍ਹ ਕੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਤੋਂ ਇਤਨੀ ਦੂਰ ਰਹਿ ਕੇ ਵੀ ਪੰਥਕ ਲੀਡਰਾਂ ਦੇ ਉੱਤੇ ਨਜ਼ਰ ਰੱਖੀ ਜਾਂਦੀ ਹੈ, ਹਰ ਕਿਸੇ ਨੂੰ ਮਿਲਣਸਾਰ। ਔਰ ਇੱਕ ਗੱਲ, ਜਦੋਂ ਉਹਨਾਂ ਦਾ ਭੋਗ ਸੀ, ਜਦੋਂ ਉਹਨਾਂ ਦਾ ਸੰਸਕਾਰ ਹੋਇਆ, ਭੋਗ ਪਿਆ, ਉਹਦੇ ਤੇ ਵੱਡੀ ਗਿਣਤੀ ਵਿੱਚ ਆਪ ਮੁਹਾਰੇ ਲੋਕਾਂ ਦੀਆਂ ਵਹੀਰਾਂ ਘੱਤ ਕੇ ਉਹਨਾਂ ਦੇ ਕੋਲ ਪਹੁੰਚੀਆਂ, ਉਹਨਾਂ ਦੇ ਪਿੰਡ ਪਹੁੰਚੀਆਂ ਔਰ ਉਹਨਾਂ ਦਾ ਮਕਾਨ ਦੇਖ ਕੇ, ਉਹੀ 2 ਕਮਰਿਆਂ ਦਾ ਮਕਾਨ, ਬਹੁਤ ਹੀ ਹੈਰਾਨਕੁਨ ਸੀ ਕਿ ਜਿਸ ਸ਼ਖਸ ਨੇ 1947 ਤੋਂ ਲੈ ਕੇ 1984 ਤੱਕ ਪੰਥ ਦੀ ਸੇਵਾ ਕੀਤੀ ਔਰ ਉਸ ਦੇ ਪਿੱਛੇ ਉਹ ਕੀ ਆਪਣੇ ਪਿੱਛੇ ਕੀ ਛੱਡ ਗਿਆ। ਸੋ ਐਸੀ ਬੇਲਾਗ ਸ਼ਖਸੀਅਤ ਸਾਡੀ ਉਹਨਾਂ ਨੂੰ ਸ਼ਰਧਾਂਜਲੀ ਹੈ। ਖਬਰਾਂ ਔਰ ਸੁਰਖੀਆਂ ਬਹੁਤ ਹਨ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਇੱਕ ਸੁਰਖੀ ਬਹੁਤ ਅਹਿਮ ਹੈ। ਕੱਲ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕੀਤੀ ਸੀ, ਉਹਨਾਂ ਦੀ ਸਜ਼ਾਏ ਮੌਤ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ। ਅੱਜ ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ, ਚੀਫ ਜਸਟਿਸ ਸਦਾਸ਼ਿਵਮ, ਪੀ ਸਦਾਸ਼ਿਵਮ, ਜਸਟਿਸ ਰੰਜਨ ਗੋਗੋਈ ਤੇ ਜਸਟਿਸ ਸ਼ਿਵ ਕੀਰਤੀ ਨੇ 18 ਜਨਵਰੀ ਦੀ ਜਿਹੜੀ ਰਿਵਿਊ ਪਟੀਸ਼ਨ ਸੀਗੀ ਭਾਰਤ ਸਰਕਾਰ ਦੀ, ਉਹਨਾਂ ਨੂੰ ਸ਼੍ਰੀ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਸਨ ਉਹਨਾਂ ਦੀ ਸਜ਼ਾ ਨੂੰ ਵੀ ਇਸੇ ਗਰਾਊਂਡ ਦੇ ਉੱਤੇ ਕਿ ਉਹਨਾਂ ਦੀ ਮਰਸੀ ਪਟੀਸ਼ਨ, ਰਹਿਮ ਦੀ ਅਪੀਲ, ਰਹਿਮ ਦੀ ਦਰਖਾਸਤ ਦੇਰੀ ਨਾਲ ਤੈਅ ਹੋਈ ਹੈ, ਉਹਨਾਂ ਨੇ ਇਸ ਨੂੰ ਵੀ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਸਰਕਾਰ ਨੇ ਹਾਲਾਂ ਪਲੀ ਦਿੱਤੀ ਸੀ ਕਿਉਂਕਿ ਸੰਵਿਧਾਨਿਕ ਮਾਮਲਾ ਹੈ, ਕਨਸਟੀਟਿਊਸ਼ਨਲ ਵੈਲਿਡਿਟੀ ਦਾ ਮਾਮਲਾ ਸੀ, 3 ਜੱਜ ਇਸ ਤੇ ਫੈਸਲਾ ਨਹੀਂ ਦੇ ਸਕਦੇ, ਇਸ ਨੂੰ 5 ਜੱਜਾਂ ਵੱਲੋਂ ਦੇਣਾ ਚਾਹੀਦਾ ਸੀ। ਔਰ ਦੂਸਰੀ ਗੱਲ ਸਰਕਾਰ ਵੱਲੋਂ ਕਹੀ ਗਈ ਕਿ ਇਹਨਾਂ ਨੇ ਕੇਵਲ ਦੇਰੀ ਦੇ ਆਧਾਰ ਦੇ ਉੱਤੇ ਇਹ ਫੈਸਲਾ ਲਿਆ, ਨਾ ਕਿ ਮੈਰਿਟ ਦੇ ਉੱਤੇ ਲਿਆ, ਇਸ ਕਰਕੇ ਫੈਸਲਾ ਗਲਤ ਹੈ। ਪਰ ਇਹਨਾਂ ਦੋਨੋਂ ਦਲੀਲਾਂ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਜਾਪਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਜੇ ਅੱਗੇ ਤੋਂ ਕੋਈ ਰਹਿਮ ਦੀ ਅਪੀਲ, ਰਹਿਮ ਦੀ ਦਰਖਾਸਤ ਜਾਏਗੀ, ਸ਼ਾਇਦ ਲੋੜ ਨਾਲੋਂ ਵੱਧ ਤੇਜ਼ੀ ਦੇ ਨਾਲ ਉਹਦਾ ਨਿਪਟਾਰਾ ਹੋਏਗਾ। ਕੀ ਉਸ ਦੇ ਨਾਲ
ਮਿਸਕੈਰੇਜ ਆਫ ਜਸਟਿਸ ਹੋਏਗਾ ਜਾਂ ਫਿਰ ਇਨਸਾਫ ਹੋਏਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸਮਾਂ ਹੈ ਇੱਕ ਵਕਫੇ ਦਾ, ਬ੍ਰੇਕ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ। ਕੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਸਾਨੂੰ ਮਾਣ ਹੈ, ਸਾਡੇ ਨਾਲ ਚੰਡੀਗੜ੍ਹ ਤੋਂ ਸੀਨੀਅਰ ਐਡਵੋਕੇਟ ਤੇ ਹਿਊਮਨ ਰਾਈਟਸ ਐਕਟਿਵਿਸਟ ਸਰਦਾਰ ਨਵਕਿਰਨ ਸਿੰਘ, ਸੀਨੀਅਰ ਐਡਵੋਕੇਟ ਚੰਡੀਗੜ੍ਹ ਤੋਂ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹਨ। ਔਰ ਜਿਹੜੇ ਸਬਜੈਕਟ ਚੱਲ ਰਿਹਾ ਹੈ ਸਜ਼ਾਏ ਮੌਤ ਜਾਂ ਡੈਥ ਪੈਨਾਲਟੀ ਦੇ ਉੱਤੇ, ਕੀ ਇਹ ਰਹਿਣੀ ਚਾਹੀਦੀ ਹੈ ਜਾਂ ਸਮਾਪਤ ਕਰ ਦੇਣੀ ਚਾਹੀਦੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਨੂੰ ਰਾਜਨੀਤਿਕ ਤੌਰ ਦੇ ਉੱਤੇ ਪਿੱਛੇ ਕਾਫੀ ਇਹਦੇ 'ਤੇ ਬਹਿਸ ਵੀ ਹੁੰਦੀ ਰਹੀ, ਇਸ ਦੇ ਕੀ ਡਾਇਮੈਂਸ਼ਨਸ ਹਨ, ਇਹਦਾ ਅਸਰ ਕੀ ਹੈ ਰਹਿਣ ਜਾਂ ਨਹੀਂ ਰਹਿਣ ਵਿੱਚ। ਸਰ ਨਵਕਿਰਨ ਸਿੰਘ ਜੀ ਸਾਡੇ ਨਾਲ ਲਾਈਨ 'ਤੇ ਜੁੜੇ ਹਨ। ਸਰ ਨਵਕਿਰਨ ਸਿੰਘ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ, ਜੀ ਆਇਆਂ ਨੂੰ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਰ ਨਵਕਿਰਨ ਸਿੰਘ ਜੀ, ਤੁਸੀਂ ਹਿਊਮਨ ਰਾਈਟਸ ਐਕਟਿਵਿਸਟ ਹੋ, ਵਕੀਲ ਤਾਂ ਤੁਸੀਂ ਹੈਗੇ ਹੀ ਹੋ, ਔਰ ਤੁਸੀਂ ਇਸ ਨੂੰ ਹਿਊਮਨ ਵੈਲਿਊਜ਼ ਦੇ ਹਿਸਾਬ ਦੇ ਨਾਲ ਇਸ ਨੂੰ ਪਰਖਦੇ ਰਹੇ ਹੋ, ਔਰ ਤੁਹਾਡੇ ਸਾਹਮਣੇ ਵੀ ਬਹੁਤ ਕੇਸਿਸ ਆਏ। ਤਾਂ ਇਹ ਜਿਹੜਾ ਡੈਥ ਪੈਨਾਲਟੀ ਦੀ ਜਿਹੜੀ ਪ੍ਰੋਵੀਜ਼ਨ ਦਿੱਤੀ ਗਈ ਹੈ, ਹਾਲਾਂਕਿ ਭਾਵੇਂ ਸਟੈਚੂਟ ਵਿੱਚ ਇਹ ਹੈ ਕਿ ਰੇਅਰੈਸਟ ਆਫ ਦੀ ਰੇਅਰ ਕੇਸ ਵਿੱਚ ਦਿੱਤਾ ਜਾਏ, ਪਰ ਕੀ ਇਸ ਦੀ ਲੀਗਲ ਤੇ ਕਨਸਟੀਟਿਊਸ਼ਨਲ ਤੇ ਅਦਰਵਾਈਜ਼ ਦੀ ਪੋਜੀਸ਼ਨ ਕੀ ਹੈਗੀ ਹੈ ਸਮਾਜਿਕ ਤੌਰ ਤੇ ਹਿੰਦੁਸਤਾਨ ਦੇ ਹਵਾਲੇ ਨਾਲ ਜੇ ਦੇਖਿਆ ਜਾਏ? ਅਸਲ ਵਿੱਚ ਹਾਲਾਂਕਿ ਸਜ਼ਾਏ ਮੌਤ ਇੰਡੀਆ ਦੇ ਕਾਨੂੰਨ ਵਿੱਚ ਹੈਗੀ ਹੈ ਜੀ, ਤੇ ਕਾਨੂੰਨ ਵੀ ਉਹਨਾਂ ਨੇ ਜਜਮੈਂਟ ਸੇ ਰਾਹੀਂ ਇਹ ਬਣਾਇਆ ਕਿ ਰੇਅਰੈਸਟ ਆਫ ਰੇਅਰ ਕੇਸ ਵਿੱਚ ਹੀ ਸਜ਼ਾਏ ਮੌਤ ਦਿੱਤੀ ਜਾਣੀ ਚਾਹੀਦੀ ਹੈ। ਪਰ ਦੇਖਿਆ ਹੈ ਕਿ ਜਿਹੜਾ ਰੇਅਰੈਸਟ ਆਫ ਰੇਅਰ ਕੇਸ ਦਾ ਵੀ ਜਿਹੜਾ ਫਾਰਮੂਲਾ ਹੈਗਾ, ਉਹ ਕਿਉਂਕਿ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਤਾਂ ਹੈ ਨਹੀਂ ਕਿ ਲਿਖਿਆ ਹੋਵੇ ਵੀ ਇਸ ਕੇਸ ਵਿੱਚ ਦੇਣੀ ਤੇ ਇਸ ਕੇਸ ਵਿੱਚ ਨਹੀਂ ਦੇਣੀ ਜੀ। ਤੇ ਹੁੰਦਾ ਇਹੀ ਹੈ ਕਿ ਜੱਜ ਦੇ ਰਹਿਮੋ ਕਰਮ ਤੇ ਲੋਕ ਹੁੰਦੇ ਨੇ ਜੀ। ਤੇ ਹੁਣ ਜਿਵੇਂ ਅਸੀਂ ਦੇਖਿਆ ਕਿ ਸਤਵੰਤ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਗਈ, ਸਤਵੰਤ ਸਿੰਘ ਤੇ ਬੇਅੰਤ ਸਿੰਘ ਹੋਰਾਂ ਨੂੰ, ਇੰਦਰਾ ਗਾਂਧੀ ਦੇ ਕਿਲਰਸ ਨੂੰ ਜੀ, ਤੇ ਉਹਦੇ ਵਿੱਚ ਵੀ ਬੜਿਆ ਉੱਚੇ ਉੱਚੇ ਵਕੀਲਾਂ ਦਾ ਬਿਆਨ ਸੀ ਵੀ ਇਹੋ ਜਿਹੀ ਐਵੀਡੈਂਸ ਦੇ ਉੱਤੇ ਤਾਂ ਕਿਸੇ ਕੁੱਤੇ ਨੂੰ ਵੀ ਸਜ਼ਾ ਨਹੀਂ ਕਰ ਸਕਦੇ ਸੀਗੇ। ਤੇ ਉਸ ਤਰ੍ਹਾਂ ਦਾ ਵੀ ਟ੍ਰਾਇਲ ਹੋਇਆ। ਫਿਰ ਅਸੀਂ ਹੁਣ ਲੇਟੈਸਟ ਜਿਹੜੇ ਅਗਰ ਦੇਖੀਏ ਜੀ, ਲੇਟੈਸਟ ਦਾ ਕਹਿਣ ਦਾ ਮਤਲਬ ਐਵੇਂ ਕਿ ਉਸ ਤੋਂ ਬਾਅਦ ਜਿਹੜਾ 84 ਦੇ ਵਿੱਚ ਜਿਹੜੇ ਕਤਲੇਆਮ ਹੋਇਆ ਜੀ, ਉਹਦੇ ਵਿੱਚ ਜਿਹੜੇ ਫੈਸਲੇ ਹੋਏ, ਉਹਦੇ ਵਿੱਚ ਇੱਕ ਬੜਾ ਅਹਿਮ ਫੈਸਲਾ ਆਇਆ। ਜਿਹੜਾ ਕਿਸ਼ੋਰੀ ਲਾਲ ਸੀਗਾ ਬੁਚਰ ਜੀ, ਉਹਨੂੰ ਜਦੋਂ 7 ਬੰਦੇ ਮਾਰਨ ਦੇ ਵਿੱਚ ਸਜ਼ਾਏ ਮੌਤ ਦਿੱਤੀ, ਹਾਈ ਕੋਰਟ ਨੇ ਕਨਫਰਮ ਕੀਤੀ, ਤੇ ਸੁਪਰੀਮ ਕੋਰਟ ਨੇ ਇਹ ਕਹਿ ਕੇ ਜਿਹੜਾ ਹੈਗਾ ਉਹਨੂੰ ਉਮਰ ਕੈਦ ਤਬਦੀਲ ਕਰ ਦਿੱਤਾ ਕਿ ਜੀ ਇਹ ਰੇਅਰੈਸਟ ਆਫ ਰੇਅਰ ਕੇਸ ਨਹੀਂ ਹੈ। ਉਦੋਂ ਮੁਲਕ ਦਾ ਪ੍ਰਧਾਨ ਮੰਤਰੀ ਮਰਿਆ ਸੀਗਾ ਤੇ ਲੋਕਾਂ 'ਚ ਰੋਸ ਸੀਗਾ ਜੀ, ਤੇ ਲੋਕ ਸੜਕਾਂ 'ਚ ਆ ਗਏ, ਤੇ ਜਿਹੜਾ ਹੈਗਾ ਇੱਕ ਜੁਆਇੰਟ ਐਕਸ਼ਨ ਹੈਗਾ, ਇਕੱਲੇ ਦਾ ਰੋਲ ਨਹੀਂ ਹੈਗਾ ਜੀ 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 ਜੀ। ਇਸ ਤਰ੍ਹਾਂ ਹੀ ਗ੍ਰਾਹਮ ਸਟੇਨਸ ਤੇ ਉਹਦੇ ਦੋਨੋਂ ਬੱਚੇ, ਜਿਹੜਾ ਮਿਸ਼ਨਰੀ ਸੀਗਾ, ਕ੍ਰਿਸਚੀਅਨ ਮਿਸ਼ਨਰੀ ਉੜੀਸਾ 'ਚ, ਉਹਨੂੰ ਮਾਰਿਆ ਗਿਆ, ਜ਼ਿੰਦਾ ਉੜੀਸਾ ਵਿੱਚ ਜ਼ਿੰਦਾ ਜਲਾਇਆ ਗਿਆ ਜੀ। ਦਾਰਾ ਸਿੰਘ ਨੇ ਜਲਾਇਆ, ਜਿਹੜਾ ਕਿ RSS ਦਾ ਵਰਕਰ ਸੀ। ਉਹਦੇ ਕੇਸ ਵਿੱਚ ਵੀ ਉਮਰ ਕੈਦ ਵਿੱਚ ਤਬਦੀਲ ਕਰਤੀ ਸਜ਼ਾਏ ਮੌਤ ਜੀ, ਇਹ ਕਹਿ ਕੇ ਕਿ ਜੀ ਉਹਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗੀ ਸੀ ਜੀ, ਕਿਉਂਕਿ ਜਿਹੜਾ ਸੀਗਾ ਸ਼ਖਸ ਉਹ ਕਨਵਰਜਨ ਕਰਾ ਰਿਹਾ ਸੀਗਾ ਲੋਕਾਂ ਨੂੰ, ਹਿੰਦੂਆਂ ਤੋਂ ਕ੍ਰਿਸਚੀਅਨ ਬਣਾ ਰਿਹਾ ਸੀਗਾ ਜੀ ਜੀ। ਤਾਂ ਦੇਖਿਆ ਗਿਆ ਕਿ ਕੋਈ ਫਾਰਮੂਲਾ ਸੈੱਟ ਤਾਂ ਹੈਗਾ ਨਹੀਂ। ਤੁਸੀਂ ਹਾਲਾਂਕਿ ਸਜ਼ਾਏ ਮੌਤ ਜਿਹੜਾ ਇੱਕ ਤੋਂ ਜ਼ਿਆਦਾ ਅਗਰ ਤੁਸੀਂ ਕਤਲ ਕੀਤੇ ਹੋਣ ਜੀ, ਤੇ ਤੁਹਾਨੂੰ ਸਜ਼ਾਏ ਮੌਤ ਹੋ ਸਕਦੀ ਹੈ ਜੀ। ਪਰ ਰੇਅਰੈਸਟ ਆਫ ਰੇਅਰ ਕੇਸ ਜਿਹੜੀ ਡੈਫੀਨੇਸ਼ਨ, ਇੱਕ ਬਚਨ ਸਿੰਘ ਦਾ ਕੇਸ ਹੋਇਆ ਸੀ 70s ਵਿੱਚ, ਜਿਹਦੇ ਵਿੱਚ ਉਹਨਾਂ ਨੇ
ਸੁਪਰੀਮ ਕੋਰਟ ਨੇ ਰੇਅਰੈਸਟ ਆਫ ਰੇਅਰ ਕੇਸ ਦੀ ਡੈਫੀਨੇਸ਼ਨ ਬਣਾਈ ਵੀ ਉਹਦੇ ਵਿੱਚ ਸਜ਼ਾ ਮੌਤ ਦਿੱਤੀ ਜਾ ਸਕਦੀ ਹੈ। ਪਰ ਉਹ ਪੈਮਾਨੇ ਜਿਹੜੇ ਹੈਗੇ ਨੇ ਉਹ ਜੱਜ ਦੀ ਮਰਜ਼ੀ ਮੁਤਾਬਿਕ ਚੱਲੇ ਆ ਰਹੇ ਨੇ, ਕਿਸੇ ਨੂੰ ਦੇ ਦਿਓ ਕਿਸੇ ਨੂੰ ਨਾ ਦੇ ਦਿਓ। ਜੀ ਜੀ ਜੀ। ਤੋ ਕਨਸਟੀਟਿਊਸ਼ਨਲ ਵੈਲਿਡਿਟੀ ਭਾਵੇਂ ਹੋਣ ਕਰਕੇ ਹੈਗਾ ਕਿ ਸਟੈਚੂਟ ਦੇ ਵਿੱਚ ਸਜ਼ਾ ਮੌਤ ਹੈਗੀ ਹੈ, ਹਾਂਜੀ, ਲੇਕਿਨ ਕਿਉਂਕਿ ਜੱਜ ਦੇ ਰਹਿਮੋ ਕਰਮ ਤੇ ਹੈ ਤੋ ਇਹ ਵਿਤਕਰੇ ਦੇ ਨਾਲ ਜਿਹੜੀ ਹੈ ਦਿੱਤੀ ਜਾਂਦੀ ਹੈ। ਜੀ ਜੀ। ਸਰ ਨਵਕਿਰਨ ਸਿੰਘ ਜੀ, ਮੈਂ ਇੱਕ ਕੇਸ ਹੋਰ, ਤੁਸੀਂ ਇਹਨਾਂ ਸਾਰਿਆਂ ਦੇ ਹਵਾਲੇ ਦਿੱਤੇ ਹੈ, ਕਾਫੀ ਚੰਗੇ ਜਿਹੜੇ ਯਾਦ ਕਰਾ ਦਿੱਤੇ। ਮੈਨੂੰ ਯਾਦ ਹੈ ਜਦੋਂ ਵਿਦਿਆ ਜੈਨ ਮਰਡਰ ਕੇਸ ਹੋਇਆ ਸੀਗਾ ਡਿਫੈਂਸ ਕਾਲੋਨੀ ਦਿੱਲੀ ਦੇ ਵਿੱਚ, ਤੇ ਉਹਦੇ ਵਿੱਚ ਹਾਇਰਡ ਕਿਲਰ ਜਿਹੜੇ ਸੀ ਕਰਤਾਰ ਸਿੰਘ ਤੇ ਉਜਾਗਰ ਸਿੰਘ, ਸ਼ਾਇਦ ਮੇਰਾ ਖਿਆਲ ਹੈ, ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਜੱਜ ਸਾਹਿਬ ਕਿ ਤੁਸੀਂ ਇੱਕ ਗੱਲ ਦੱਸੋ, ਅੱਜ ਤੱਕ ਕਿਸੇ ਗਰੀਬ ਕਿਸੇ ਅਮੀਰ ਆਦਮੀ ਨੂੰ ਫਾਂਸੀ ਦੀ ਸਜ਼ਾ ਹੋਈ ਹੈ? ਉਹਨਾਂ ਨੇ ਕਿਹਾ ਕਿ ਅਸੀਂ ਪੈਸੇ ਲੈ ਕੇ ਤੇ ਇਹ ਕੰਮ ਕੀਤਾ, ਪਰ ਜਿਸ ਨੇ ਕਰਵਾਇਆ ਉਹ ਥੋੜੇ ਸਾਲਾਂ ਬਾਅਦ ਛੁੱਟ ਜਾਏਗਾ, ਉਹਨੂੰ ਉਮਰ ਕੈਦ ਹੋਈ ਹੈ। ਸੋ ਇਹ ਕੀ ਇਹ ਕਿਹਾ ਜਾ ਸਕਦਾ ਹੈ ਫਿਰ ਅੱਜ ਜਿਹੜੀ ਫਾਂਸੀ ਦੀ ਸਜ਼ਾ ਹੈ, ਜਾਂ ਪੋਲੀਟੀਕਲੀ ਮੋਟੀਵੇਟਡ ਹੈ, ਜਾਂ ਮਿਨੋਰਿਟੀਜ਼ ਲਈ ਹੈ, ਜਾਂ ਜਿਹੜੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ, ਤੇ ਜਾਂ ਗਰੀਬ ਤਬਕੇ ਲਈ ਹੀ ਰਹਿ ਗਈ ਹੈ? ਐਕਸਪੀਰੀਅੰਸ ਸਹੀ ਕੀਤਾ ਜਾ ਰਿਹਾ ਹੈ ਐਟਲੀਸਟ ਇੰਡੀਆ ਦੇ ਵਿੱਚ, ਐਂਡ ਬਾਹਰ ਦੇ ਮੁਲਕਾਂ ਵਿੱਚ ਵੀ ਆਈ ਹੈ ਜੀ। ਬਾਹਰ ਦੇ ਮੁਲਕਾਂ 'ਚ ਵੀ ਅਸੀਂ ਦੇਖਿਆ ਹੈ, ਹੁਣ ਅਮਰੀਕਾ ਬੜਾ ਜਿਹੜਾ ਹੈਗਾ ਐਡਵਾਂਸ ਨੇਸ਼ਨ ਹੈਗਾ, ਡਿਵੈਲਪ ਨੇਸ਼ਨ ਹੈ ਜੀ, ਲੀਗਲ ਏਡ ਉੱਥੇ ਦਾ ਸਿਸਟਮ ਬੜਾ ਅੱਛਾ ਹੈਗਾ ਜੀ, ਲੇਕਿਨ ਉਹਦੇ ਵਿੱਚ ਵੀ ਜਿਹੜੇ ਲੋਕੀ ਫਾਂਸੀ ਦੀ ਸਜ਼ਾ ਉਹਨਾਂ ਨੂੰ ਮਿਲਦੀ ਹੈ ਜਾਂ ਲੀਥਲ ਇੰਜੈਕਸ਼ਨ ਦਾ ਆਰਡਰ ਕਰਦੇ ਨੇ ਜੀ, ਉਹਦੇ ਵਿੱਚ ਵੀ ਉਹ ਲੋਕ ਨੇ ਜਿਹੜੇ ਕਿ ਜਿਨ੍ਹਾਂ ਕੋਲ ਚੰਗੇ ਵਕੀਲ ਹੀ ਨਹੀਂ ਹੈਗੇ, ਜਿਨ੍ਹਾਂ ਨੂੰ ਲੀਗਲ ਏਡ ਵੱਲੋਂ ਵਕੀਲ ਦਿੱਤੇ ਗਏ ਲੇਕਿਨ ਵਕੀਲ ਕਾਬਲ ਨਹੀਂ ਸੀਗੇ, ਉਹਨਾਂ ਨੇ ਪੂਰਾ ਕੰਮ ਨਹੀਂ ਕਰ ਸਕੇ ਜਾਂ ਕੁਝ ਇਸ ਤਰ੍ਹਾਂ ਦਾ ਸੀਗਾ। ਉਹਦੇ ਵਿੱਚ ਵੀ ਜਿਹੜੇ ਗਰੀਬ ਲੋਕ ਨੇ, ਉਹ ਤਬਕਾ ਜਿਹੜਾ ਕਿ ਜਿਹੜੇ ਸਭ ਤੋਂ ਵਧੀਆ ਵਕੀਲ ਨਹੀਂ ਹਾਇਰ ਕਰ ਸਕਦਾ, ਉਹਨਾਂ ਨੂੰ ਦਿੱਤੀ ਜਾਂਦੀ ਪਈ ਜੀ ਜੀ। ਇਹ ਹਰੇਕ ਜਗ੍ਹਾ ਹੀ ਇਹ ਹੋ ਰਿਹਾ ਜੀ। ਇੰਡੀਆ ਵਿੱਚ ਤਾਂ ਖੈਰ ਪੋਲੀਟੀਕਲੀ ਮੋਟੀਵੇਟਡ ਕੇਸ ਵੀ ਬੜੇ ਨੇ, ਹਾਂਜੀ, ਗਰੀਬੀ ਵਾਲੇ ਬਹੁਤ ਨੇ, ਅੱਛਾ ਰਿਲੀਜੀਅਸ ਬੇਸਿਸ ਤੇ ਜਿਹੜੀ ਰਿਲੀਜੀਅਸ ਮਿਨੋਰਿਟੀਜ਼ ਨੇ ਜੀ, ਉਹਨਾਂ ਦੇ ਵੱਲ ਵੀ ਸਜ਼ਾ ਮੌਤ ਜ਼ਿਆਦਾ ਇਸਤੇਮਾਲ ਕੀਤੀ ਜਾਂਦੀ ਹੈ, ਕਿਉਂਕਿ ਜੱਜ ਦਾ ਮੈਨ ਮੇਡ ਲਾਅ ਹੈਗਾ, ਰੇਅਰੈਸਟ ਆਫ ਰੇਅਰ ਦੀ ਡੈਫੀਨੇਸ਼ਨ ਜੀ, ਕਿਸੇ ਨੂੰ ਫਸਾਤਾ ਜਾਂਦਾ, ਕਿਸੇ ਨੂੰ ਕੱਢ ਦਿੱਤਾ ਜਾਂਦਾ ਜੀ। ਤੋ ਜਿਹੜਾ ਹੈਗਾ ਇਹ ਕਾਫੀ ਹੱਦ ਤੱਕ ਜਿਹੜਾ ਡਿਸਕ੍ਰਿਮੀਨੇਟਿਵ ਯੂਜ਼ ਕੀਤੀ ਜਾ ਰਹੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਕਿ ਤੁਹਾਡੇ ਕੋਲੋਂ ਇੱਕ ਦੋ ਹੋਰ ਛੋਟੇ ਛੋਟੇ ਸਵਾਲ ਹੈਗੇ ਆ, ਪਰ ਸਾਨੂੰ ਇੱਕ ਵਕਫਾ ਲੈਣਾ ਪੈਣਾ ਹੈ, ਤੁਸੀਂ ਕਿਰਪਾ ਕਰਕੇ ਸਾਡੇ ਨਾਲ ਲਾਈਨ ਤੇ ਬਣੇ ਰਹੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸੀਨੀਅਰ ਐਡਵੋਕੇਟ ਚੰਡੀਗੜ੍ਹ ਤੋਂ ਸਰ ਨਵਕਿਰਨ ਸਿੰਘ, ਜਿਹੜੇ ਕਿ ਹਿਊਮਨ ਰਾਈਟਸ ਐਕਟਿਵਿਸਟ ਹਨ, ਔਰ ਜਿਹੜੇ ਵੀ ਇਸ ਤਰ੍ਹਾਂ ਦੇ ਕੇਸਿਸ ਹਨ, ਮੁਕੱਦਮੇ ਹਨ, ਜਿਨ੍ਹਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਹੈ, ਉਹਦੇ ਕਾਫੀ ਕੇਸਿਸ ਉਹਨਾਂ ਨੇ ਕੀਤੇ ਹਨ, ਔਰ ਇਸ ਵਿਸ਼ੇ ਤੇ ਉਹਨਾਂ ਦੀ ਖਾਸ ਮਹਾਰਤ ਹੈ। ਸਰ ਨਵਕਿਰਨ ਸਿੰਘ ਜੀ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਤੁਸੀਂ ਜਿਸ ਤਰੀਕੇ ਨਾਲ ਦੱਸਿਆ ਹੈ ਕਿ ਜੋ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ, ਇਹ ਫਾਂਸੀ ਦੀ ਸਜ਼ਾ ਜਾਂ ਸਜ਼ਾਏ ਮੌਤ ਜਿਹੜੀ ਹੈ, ਉਹ ਆਮ ਤੌਰ ਦੇ ਉੱਤੇ ਪਸਮਾਨਦਾ ਤਬਕੇ, ਗਰੀਬ ਤਬਕੇ, ਜਾਂ ਰਿਲੀਜੀਅਸ ਜਾਂ ਕਮਿਊਨਲ ਬੇਸਿਸ ਤੇ ਜਾਂ ਪੋਲੀਟੀਕਲ ਬੇਸਿਸ ਤੇ ਜੋ ਕੁਝ ਵੀ ਹੋਇਆ, ਤੇ ਜਿਵੇਂ ਤੁਸੀਂ ਹਵਾਲੇ ਵੀ ਦਿੱਤੇ, ਭਾਵੇਂ ਉਹ ਅਫਜ਼ਲ ਗੁਰੂ ਦਾ ਹੈ ਜਾਂ ਕਸਾਬ ਦਾ ਹੈ ਜਾਂ ਸਤਵੰਤ ਸਿੰਘ ਕੇਹਰ ਸਿੰਘ ਦਾ। ਸੋ ਇਹ ਤੁਸੀਂ ਇਹ ਦੱਸੋਗੇ ਕਿ ਜਿਹੜਾ ਕਿਤਾਬ ਦੇ ਉੱਤੇ ਤੇ ਹੈਗੀ ਹੈ, ਪਰ ਜਿਹੜੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਐਕਚੁਅਲ ਫਾਂਸੀ ਦਿੱਤੀ ਗਈ, ਇਹ ਕੋਈ ਸਟੈਟਿਸਟਿਕਸ ਮੌਜੂਦ ਹੈ? ਅਸੀਂ ਕੋਸ਼ਿਸ਼ ਕੀਤੀ ਸੀ ਕਿ ਹੋਮ ਮਿਨਿਸਟਰੀ ਇੰਡੀਆ ਤੋਂ ਇਹ ਸਟੈਟਿਸਟਿਕ ਲਈਏ ਕਿ ਤੁਸੀਂ ਇੰਡੀਪੈਂਡੈਂਸ ਤੋਂ ਬਾਅਦ ਕਿੰਨੇ ਕੁ ਬੰਦਿਆਂ ਨੂੰ ਜਿਹੜਾ ਹੈਗਾ ਫਾਂਸੀ ਦਿੱਤੀ। ਉਹਨਾਂ ਨੇ ਸਾਰਾ ਰਿਕਾਰਡ ਤਾਂ ਨਹੀਂ ਰੱਖਿਆ ਹੋਇਆ, ਮੇਨਟੇਨ ਨਹੀਂ ਕੀਤਾ ਹੋਇਆ ਜੀ, ਲੇਕਿਨ ਇੱਕ ਰਫ ਐਸਟੀਮੇਟ ਹੈਗਾ ਕਿ ਇੰਡੀਪੈਂਡੈਂਸ
47 ਬੰਦਿਆਂ ਨੂੰ ਫਾਂਸੀ ਦਿੱਤੀ ਗਈ ਹੈ। ਅੱਛਾ, ਮਤਲਬ ਸੋ ਜੀ। ਐਂਡ ਜੇ ਅਸੀਂ ਦੇਖੀਏ ਕਿ 1.2 ਬਿਲੀਅਨ ਪੋਪੂਲੇਸ਼ਨ ਵਾਲਾ ਮੁਲਕ ਹੋਵੇ ਜੀ, ਤੇ ਇਸ ਵੇਲੇ ਵੀ ਜਿਹੜੇ ਲੋਕ ਫਾਂਸੀ ਵਾਸਤੇ ਕੇਸਿਸ ਤਿਆਰ ਨੇ ਉਹ ਮਸਾਂ 10-12 ਹੈਗੇ ਨੇ। ਜੀ ਜੀ, ਜਦੋਂ ਕਿ ਬੜੇ ਛੋਟੇ ਛੋਟੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਪੋਪੂਲੇਸ਼ਨ ਸਾਡੇ ਤੋਂ 1/4 ਹੋਏਗੀ ਜੀ ਉਹ ਵੀ ਜਿਹੜੇ ਹੈਗੇ ਨੇ ਸਾਡੇ ਤੋਂ ਜ਼ਿਆਦਾ ਫਾਂਸੀ ਲੋਕਾਂ ਨੂੰ ਦੇ ਰਹੇ ਨੇ। ਜੀ ਜੀ, ਤੇ ਅਸੀਂ ਜਦੋਂ ਮਨੁੱਖੀ ਅਧਿਕਾਰ ਦੇ ਖੇਤਰ ਜਿਹੜੇ ਕੰਮ ਕਰਦੇ ਆ ਤੇ ਜਿਹੜੇ ਸਜ਼ਾਏ ਮੌਤ ਦੇ ਖਿਲਾਫ ਹੈਗੇ ਆ, ਜੀ ਅਸੀਂ ਆંકੜਿਆਂ ਨੂੰ ਦੇਖਦੇ ਆ ਕਿ ਕੀ ਆંકੜਿਆਂ ਦੇ ਨਾਲ ਜਿੱਥੇ ਜ਼ਿਆਦਾ ਸਜ਼ਾਏ ਮੌਤ ਇਸਤੇਮਾਲ ਕੀਤੀ ਜਾ ਰਹੀ ਹੈ ਕੀ ਉੱਥੇ ਜੁਰਮ ਘਟਿਆ। ਜੀ ਜੀ, ਦੇਖਿਆ ਗਿਆ ਕਿ ਜਿਨ੍ਹਾਂ ਮੁਲਕਾਂ ਨੇ ਸਜ਼ਾਏ ਮੌਤ ਨੂੰ ਖਤਮ ਕਰ ਦਿੱਤਾ ਉੱਥੇ ਕ੍ਰਾਈਮ ਵਧਿਆ ਨਹੀਂ, ਜਿੱਥੇ ਸਜ਼ਾਏ ਮੌਤ ਰੱਖੀ ਹੋਈ ਹੈ ਉੱਥੇ ਕ੍ਰਾਈਮ ਘਟਿਆ ਨਹੀਂ ਹੈਗਾ। ਜੀ ਜੀ ਜੀ, ਸੋ ਇਹਨੂੰ ਦੇਖਦੇ ਹੋਇਆ ਹੀ ਜਿਹੜਾ ਵਰਲਡ ਦੇ 2/3 ਮੁਲਕਾਂ ਨੇ ਜਿਹੜਾ ਸਜ਼ਾਏ ਮੌਤ ਨੂੰ ਖਤਮ ਕਰ ਦਿੱਤਾ ਹੈ, ਆਪਣੇ ਸਟੈਚੂਟ ਬੁੱਕਸ ਚੋਂ ਕੱਢ ਦਿੱਤਾ ਜੀ, ਜਾਂ ਉਹ ਸਜ਼ਾਏ ਮੌਤ ਨੂੰ ਇਸਤੇਮਾਲ ਨਹੀਂ ਕਰ ਰਹੇ। ਜੀ ਜੀ ਜੀ, ਸੋ ਬਹੁਤ ਘੱਟ ਲੋਕ ਨੇ ਜਿਹੜੇ ਕਿ ਇੰਡੀਆ ਦੇ ਵਿੱਚ ਸਜ਼ਾਏ ਮੌਤ ਦੇ ਅਸਲੇ ਪੀੜਤ ਹੈਗੇ ਨੇ। ਜੀ, ਤਾਂ ਹੀ ਅਸੀਂ ਕਹਿੰਦੇ ਆ ਕਿ ਜਦੋਂ ਇਹ ਸਜ਼ਾਏ ਮੌਤ ਜਦੋਂ ਦਿੱਤੀ ਜਾਂਦੀ ਹੈ, ਗਰੀਬਾਂ ਨੂੰ ਦਿੱਤੀ ਜਾਂਦੀ ਹੈ, ਪੋਲੀਟੀਕਲੀ ਮੋਟੀਵੇਟਡ ਕੇਸਾਂ ਦਿੱਤੀ ਜਾਂਦੀ ਹੈ, ਜੀ, ਤਾਂ ਲੋੜ ਕੀ ਹੈ ਸਜ਼ਾਏ ਮੌਤ ਨੂੰ ਵਰਤਣ ਦੀ? ਕਿਉਂ ਨਾ ਹੋਰ ਤਰੀਕੇ ਇਸਤੇਮਾਲ ਕੀਤੇ ਜਾਣ। ਜੇ ਕਿਸੇ ਨੇ ਜੁਰਮ ਕੀਤਾ ਤਾਂ ਉਹਨੂੰ ਹੋਰ ਡਿਫਰੈਂਟ ਢੰਗ ਦੀ ਸਜ਼ਾ ਦਿੱਤੀ ਜਾਵੇ। ਜੀ, ਤੇ ਇਹ ਜਿਹੜਾ ਇੱਕ ਇਨਹਿਊਮਨ ਐਕਟ ਹੈਗਾ ਇਸ ਤੋਂ ਮੁਲਕ ਜਿਹੜਾ ਨਿਜਾਤ ਪਾਵੇ। ਜੀ, ਨਵਕਿਰਨ ਸਿੰਘ ਜੀ, ਕਿਉਂਕਿ ਕਿਹਾ ਜਾਂਦਾ ਹੈ ਕਿ ਰਾਈਟ ਟੂ ਲਾਈਫ ਜਿਹੜਾ ਬੰਦੇ ਦਾ ਮੁੱਢਲਾ ਬੁਨਿਆਦੀ ਹੱਕ ਹੈ, ਔਰ ਇਸੇ ਤਹਿਤ ਹੀ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਨੇ ਵੀ ਆਪਣੇ ਰੈਜ਼ੋਲੂਸ਼ਨ 2006 ਦੇ ਰੈਜ਼ੋਲੂਸ਼ਨ 'ਚ ਵੀ ਕਿਹਾ ਕਿ ਇਹ ਡੈਟਰੈਂਟ ਨਹੀਂ ਹੈ ਬਿਲਕੁਲ, ਇਸ ਕਰਕੇ ਇਹਨੂੰ ਖਤਮ ਕਰ ਦੇਣਾ ਚਾਹੀਦਾ ਹੈ। ਤੇ ਇਹਨਾਂ ਦੇ ਨਾਲ ਜਿਹੜੇ ਤੁਸੀਂ ਕਾਰਨ ਦੱਸੇ ਉਹਦੇ ਨਾਲ ਨਾਲ ਇਹ ਵੀ ਇੱਕ ਵੱਡਾ ਕਾਰਨ ਨਹੀਂ ਕਿ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ, ਤੁਸੀਂ ਤੇ ਉਹਦੇ ਤੇ ਜ਼ਿਆਦਾ ਬਿਹਤਰ ਕਮੈਂਟ ਕਰ ਸਕਦੇ ਹੋ, ਜਿਹੜਾ ਕਿ ਸਿਰਫ ਬੇਸਡ ਔਨ ਐਵੀਡੈਂਸ ਹੈ ਔਰ ਜਿਹੜਾ ਕਿ ਫੂਲ ਪ੍ਰੂਫ ਨਹੀਂ ਕਿਹਾ ਜਾ ਸਕਦਾ। ਸੋ ਇਸ ਬਣਾ ਤੇ ਤੁਸੀਂ ਇਹ ਨਿੱਜੀ ਤੌਰ ਤੇ ਮਹਿਸੂਸ ਕਰਦੇ ਹੋ ਕਿ ਇਸ ਨੂੰ ਸਟੈਚੂਟ ਬੁੱਕ ਤੋਂ ਹਟਾ ਦੇਣਾ ਚਾਹੀਦਾ ਹੈ ਔਰ ਬਿਲਕੁਲ ਇਹਨੂੰ ਖਤਮ ਕਰ ਦੇਣਾ ਚਾਹੀਦਾ ਹੈ? ਦੇਖੋ, ਸਿਸਟਮ ਜਿਹੜਾ ਵੀ ਕਿਸੇ ਮੁਲਕ 'ਚ ਵੀ ਹੋਵੇ ਜੀ, ਉਹ ਫੂਲ ਪ੍ਰੂਫ ਨਹੀਂ ਹੋ ਸਕਦਾ। ਜੀ, ਬੇਕਸੂਰ ਬੰਦੇ ਜਿਹੜੇ ਨੇ ਉਹ ਸਜ਼ਾ ਉਹਨਾਂ ਨੂੰ ਦਿੱਤੀ ਜਾਂਦੀ ਹੈ, ਕਿਉਂਕਿ ਐਵੀਡੈਂਸ ਚਾਹੀਦਾ ਹੈ। ਜੇ ਝੂਠੇ ਗਵਾਹ ਤੇ ਖੜੇ ਕਰ ਦਿਓ ਤੇ ਕਿਸੇ ਨੂੰ ਸਜ਼ਾ ਦੇ ਸਕਦੇ ਹੋ। ਜੀ, ਐਂਡ ਅਸਲ ਕੇਸਾਂ 'ਚ ਜਿੱਥੇ ਗਵਾਹ ਨਾ ਹੋਣ ਉੱਥੇ ਜਿਹੜਾ ਬੰਦਾ ਬਰੀ ਹੋ ਜਾਂਦਾ ਹੈ। ਜੀ 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 ਜੀ, ਸਜ਼ਾਏ ਮੌਤ ਜਿਹੜੀ ਹੈਗੀ ਹੈ ਉਹ ਬਿਲਕੁਲ ਜਿਹੜੀ ਗਲਤ ਹੋਣ ਕਰਕੇ ਜਿਨ੍ਹਾਂ ਕੇਸਿਸ ਦੇ ਵਿੱਚ, ਹੁਣ ਦੇਖੋ ਅਮਰੀਕਾ ਦੇ ਕਿੰਨੇ ਕੇਸ ਐਸੇ ਨੇ ਜਿਹਦੇ ਜਦੋਂ DNA ਸੈਂਪਲਿੰਗ ਨਹੀਂ ਸੀ ਹੁੰਦੀ, ਜੀ ਜੀ, ਤਾਂ ਉਹਨਾਂ ਨੂੰ ਸਜ਼ਾਏ ਮੌਤ ਮਿਲੀ ਹੋਈ ਸੀਗੀ, ਲੇਕਿਨ ਉਸ ਤੋਂ ਬਾਅਦ ਜਦੋਂ DNA ਇੰਟਰੋਡਿਊਸ ਹੋਇਆ ਉਹਨਾਂ ਕੇਸਾਂ ਵਿੱਚ ਰੀਟ੍ਰਾਇਲ ਕੀਤਾ, ਹਾਂਜੀ, ਜੋ ਬੰਦੇ ਬਰੀ ਹੋ ਗਏ। ਬਹੁਤ ਕੇਸਿਸ ਆਏ। ਜੀ ਜੀ, ਬਹੁਤ ਕੇਸਿਸ ਹੈਗੇ ਨੇ। ਜੀ, ਸੋ ਇਸ ਤਰ੍ਹਾਂ ਦੇ ਕੇਸਿਸ ਹਰੇਕ ਮੁਲਕ ਦੇ ਵਿੱਚ ਹੈਗੇ ਨੇ ਜਿੱਥੇ ਕਿ ਇਨੋਸੈਂਟ ਬੰਦੇ ਜਿਹੜੇ ਨੇ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ। ਤੇ ਜਦੋਂ ਸਿਸਟਮ ਕਿਸੇ ਨੇ ਵੀ, ਅਮਰੀਕਾ ਨੇ ਵੀ ਸਿਸਟਮ ਇਸ ਤਰ੍ਹਾਂ ਦਾ ਫੂਲ ਪ੍ਰੂਫ ਨਹੀਂ ਬਣਾ ਸਕੇ, ਇੰਡੀਆ ਤਾਂ ਬਹੁਤ ਦੂਰ ਦੀ ਗੱਲ ਹੈ, ਫਿਰ ਸਜ਼ਾਏ ਮੌਤ ਨੂੰ ਰੱਖਣ ਦੀ ਲੋੜ ਕੀ ਹੈ? ਠੀਕ ਹੈ, ਤੁਸੀਂ ਕਿਸੇ ਨੂੰ ਉਮਰ ਕੈਦ ਦੇ ਦਿਓ, ਉਹਦਾ ਕੋਈ ਹੋਰ ਵਸੀਲਾ ਬਣਾ ਲਓ ਸਜ਼ਾ ਦੇਣ ਦਾ। ਜੀ, ਐਂਡ ਇੰਡੀਆ ਦੇ ਵਿੱਚ ਤਾਂ ਸਪੈਸ਼ਲੀ ਜਿਹੜਾ ਰੈਫੋਰਮੇਟਰੀ ਪ੍ਰੋਸੈਸ ਹੈਗਾ, ਹਾਂਜੀ, ਦੇਖਿਆ ਗਿਆ ਕਿ ਰੈਫੋਰਮੇਟਰੀ ਪ੍ਰੋਸੈਸ ਬੜਾ ਅੱਛਾ ਕੰਮ ਕਰ ਰਿਹਾ। ਹਾਂਜੀ, ਲੋਕ ਜਿਹੜੇ ਨੇ ਜ਼ਿਆਦਾ ਜਿਹੜੇ ਕ੍ਰਿਮੀਨਲਸ ਨੇ ਉਹ ਫਸਟ ਟਾਈਮਰਸ ਹੈਗੇ ਨੇ। ਹਾਂਜੀ, ਲੋਕੀ ਕ੍ਰਾਈਮ ਬਹੁਤ ਘੱਟ ਰਿਪੀਟ ਕਰਦੇ ਨੇ ਇੰਡੀਆ ਦੇ ਵਿੱਚ। ਹਰੇਕ ਜਿਹੜਾ ਸ਼ਖਸ ਹੈਗਾ ਉਹ ਇੱਕ ਪਰਿਵਾਰਕ ਇਨਸਾਨ ਹੈਗਾ, ਉਹ ਆਪਣੇ ਪਰਿਵਾਰ ਨਾਲ ਜੁੜ ਕੇ ਰਹਿਣਾ ਚਾਹੁੰਦਾ ਹੈ, ਪਰਿਵਾਰ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ। ਜੀ, ਕਿਸੇ ਨੇ ਇੱਕ ਵਾਰੀ ਗਲਤੀ ਵੀ ਕੀਤੀ ਹੁੰਦੀ ਹੈ ਤੇ ਹੀਟ ਆਫ ਮੂਮੈਂਟ ਵਿੱਚ ਅਗਰ ਜੁਰਮ ਕਰ ਵੀ ਦਿੱਤਾ ਹੁੰਦਾ ਹੈ, ਉਹਦਾ ਪਛਤਾਪ ਕਰਦਾ ਹੈ ਮੈਂ ਆਪਣਾ ਸੁਧਾਰ ਕਰਕੇ ਤੇ ਮੈਂ ਬਾਹਰ ਨਿਕਲਾਂ। ਤਾਂ ਹੀ ਜਿਹੜੀਆਂ ਜੇਲ੍ਹਾਂ ਨੇ ਇੰਡੀਆ ਦੀਆਂ ਉਹਨਾਂ ਨੂੰ ਸੁਧਾਰ ਕਰ ਕਹਿੰਦੇ ਨੇ। ਹਾਂਜੀ, ਜਦੋਂ ਕਿ ਜਿਹੜਾ ਅਮਰੀਕਾ ਹੈਗਾ ਜਾਂ ਹੋਰ ਮੁਲਕ ਹੈਗੇ ਨੇ
ਇਹਨਾਂ ਦੇ ਕੇਸ ਇਹਨਾਂ ਕੇਸ ਵਿੱਚ ਸੁਧਾਰ ਕਰਨੀ ਕਹਿੰਦੇ। ਹੂੰ ਜਿਹੜੇ ਉੱਥੇ ਕ੍ਰਿਮੀਨਲ ਹੈਗੇ ਨੇ, ਸੀਰੀਅਲ ਕਿਲਰਸ ਨੇ, ਸੀਰੀਅਲ ਰੇਪਿਸਟ ਹੈਗੇ ਨੇ, ਜਿਹੜੇ ਕਿ ਜਿਹਨਾਂ ਦੇ ਮਾਪਿਓ ਨਹੀਂ ਹੈਗੇ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਹੀ ਨਹੀਂ ਹੈਗਾ, ਜਿਨ੍ਹਾਂ ਨੂੰ ਮਿਲਣ ਲਈ ਵੀ ਕੋਈ ਨਹੀਂ ਆਉਂਦਾ। ਸਾਡੀ ਜੇਲ੍ਹਾਂ 'ਚ ਜਿਹੜੇ ਲੋਕ ਹੈਗੇ ਨੇ, ਉਹ ਈਵਨ ਜਿਹੜਾ ਉਮਰ ਕੈਦ ਦਾ ਜਿਹੜਾ ਕੈਦੀ ਹੈ, ਉਹ ਸਾਲ 'ਚ 2-3 ਵਾਰੀ ਛੁੱਟੀ ਤੇ ਜਾਂਦਾ। ਜੀ 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 6-6 ਹਫ਼ਤੇ ਛੁੱਟੀ ਜਾਂਦਾ ਹੈ, ਭਾਵੇਂ ਉਹ ਖੇਤੀ ਕਰਨ ਚਲ ਜਾਏ, ਘਰ ਪਰਿਵਾਰ ਨੂੰ ਮਿਲ ਚਲ ਜਾਏ, ਧੀ ਦੇ ਵਿਆਹ ਵਾਸਤੇ ਚਲ ਜਾਏ। ਜੀ ਐਂਡ ਸਿਰਫ 2% ਕੈਦੀ ਹੈ, ਮੈਂ ਇਹਦਾ ਡਾਟਾ ਕਲੈਕਟ ਕੀਤਾ, ਸਿਰਫ 2% ਕੈਦੀ ਐਸੇ ਨੇ ਜਿਹੜੀ ਪੈਰੋਲ ਤੇ ਵਾਪਸ ਨਹੀਂ ਆਉਂਦੇ ਜਾਂ ਲੇਟ ਆਉਂਦੇ ਨੇ। ਜੀ ਤੁਸੀਂ ਇਮੇਜਿਨ ਕਰੋ ਕਿ ਸਿਸਟਮ ਕਿੰਨਾ ਅੱਛਾ ਚੱਲ ਰਿਹਾ, ਰੈਫਰਮੇਟਰੀ ਪ੍ਰੋਸੈਸ, ਲੋਕ ਸੁਧਰ ਜਾਂਦੇ ਨੇ ਜੀ। ਤੇ ਜੇ ਲੋਕ ਸੁਧਰ ਸਕਦੇ ਨੇ ਤੇ ਜਿਹੜੀ ਸਜ਼ਾਏ ਮੌਤ ਦੀ ਡੈਟਰੈਂਟ ਇਫੈਕਟ ਹੈ ਹੀ ਨਹੀਂ ਹੈ, ਸਜ਼ਾਏ ਮੌਤ ਦੇਣ ਦੀ ਲੋੜ ਕੀ ਹੈਗੀ। ਠੀਕ, ਮੇਰਾ ਅਖੀਰਲਾ ਸਵਾਲ ਤੁਹਾਨੂੰ ਬਿਲਕੁਲ ਇੱਕ ਲਫ਼ਜ਼ੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੁਪਰੀਮ ਕੋਰਟ ਵੱਲੋਂ, ਉਹ ਕਦੋਂ ਤੱਕ ਬਾਹਰ ਆ ਜਾਣਗੇ? ਦੇਖੋ, ਅਸੀਂ ਸਮਝਦੇ ਤਾਂ ਹੀ ਆ ਕਿ ਉਮਰ ਕੈਦ ਜਿਹੜੀ ਹੈ 20 ਸਾਲ ਦੀ ਹੁੰਦੀ ਹੈ ਜੀ, ਲੇਕਿਨ ਇਹ ਇੰਟਰਪ੍ਰੀਟੇਸ਼ਨਸ ਹਾਲੇ ਬੜੀਆਂ ਜ਼ਰੂਰੀ ਆਉਣਗੀਆਂ, ਕਿਉਂਕਿ ਰਾਜੀਵ ਗਾਂਧੀ ਦੇ ਕਿਲਰ ਦੇ ਕੇਸ ਵਿੱਚ ਜਦੋਂ ਉੱਥੇ ਦੀ ਸਰਕਾਰ ਨੇ ਕਿਹਾ ਵੀ ਇਹਨਾਂ ਨੂੰ ਰਿਹਾ ਕਰ ਦੇਣਾ, ਤੇ ਸੁਪਰੀਮ ਕੋਰਟ ਨੇ ਸਟੇ ਕੀਤਾ ਹੋਇਆ ਤਾਮਿਲਨਾਡੂ ਦੀ। ਉਹਦੇ ਸੁਪਰੀਮ ਕੋਰਟ, ਹਾਂਜੀ, ਤਾਮਿਲਨਾਡੂ ਦੀ ਸਰਕਾਰ ਨੇ, ਉਹਨੇ ਸੁਪਰੀਮ ਕੋਰਟ ਨੇ ਸਟੇ ਕੀਤਾ। ਸੁਪਰੀਮ ਕੋਰਟ ਵਿੱਚ ਇੱਕ ਕੁਐਸਚਨ ਰੇਜ਼ ਹੋਇਆ ਕਿ ਕਦੋਂ ਉਹ ਰਿਹਾ ਹੋ ਸਕਣਗੇ। ਇਸ ਤਰ੍ਹਾਂ ਦਵਿੰਦਰਪਾਲ ਸਿੰਘ ਭੁੱਲਰ ਦਾ ਵੀ ਦੇਖਣਾ ਪਏਗਾ ਵੀ ਕਦੋਂ ਰਿਹਾ ਹੋ ਸਕੇਗਾ। ਠੀਕ ਹੈ। तो उस केस से राजीव गांधी किलर के केस से भी भुल्लर का केस मुनसर है। ठीक है, पर असी यह मनते हैं कि जिस जो उम्र कैद कर दी, हाँ जी, तो उम्र कैद जी है 20 साल डिफाइन की गई है, लेकिन लिखा स्टैट्यूट बुक उम्र कैद ही है, जिंदगी फॉर लाइफ है। हाँ जी, लेकिन हाँ, लेकिन 20 साल मन के चल रही ने सरकारां जी, तो सानू आस है कि 20 साल पूरे होने से उन्होंने रिहा करता जाएगा। ठीक है, ते मेरा ख्याल था 20 साल उन्होंने पूरे हो भी गए ने या कुछ महीने रहते ने जी, तो देखना पड़ेगा भी सरकार की डिसाइड कर दी या सुप्रीम कोर्ट राजीव गांधी के केस की डिसाइड कर रहा है। सो बहुत बहुत तुहाडा धन्यवाद है सर नवकिरण सिंह जी, तुसी बड़े एक टैक्नीकल सबजैक्ट नूं बड़े सधारण लफ्ज़ां दे विच साडे दर्शकां नाल साझा कीता। असीं तुहाडे बहुत धन्नवादी हां, बहुत बहुत धन्नवाद। वाहिगुरू जी का खालसा, वाहिगुरू जी की फतेह। वाहिगुरू जी की फतेह जी। सो प्यारे दर्शकों, ये सर नवकिरण सिंह जी सीनियर एडवोकेट चंडीगढ़ तो। समा एक छोटे ਜਿਹੇ वक्फे ਦਾ, मुड़ हाज़र होने आ, तुसी अपने विचार जरूर दर्ज करो। गैट पंजाबी दे दानश्वर दर्शकों ते सुचेत ਸਰੋਤਾ जनां दा वक्फे दे बाद निघा स्वागत है। ਅੱਜ ਅਸੀਂ ਤੁਹਾਡੇ ਨਾਲ ਬਹੁਤ ਹੀ ਅਹਿਮ ਵਿਸ਼ੇ ਦੇ ਉੱਤੇ ਗੱਲ ਕੀਤੀ। ਇੱਕ ਤਾਂ ਜਥੇਦਾਰ ਗੁਰਚਰਨ ਸਿੰਘ ਟੋੜਾ, ਜਿਨ੍ਹਾਂ ਦੀ ਅੱਜ ਬਰਸੀ ਹੈ, ਉਹਨਾਂ ਦੇ ਬਾਰੇ, ਉਹਨਾਂ ਦੀ ਜੀਵਨੀ ਦੇ ਸੰਖੇਪ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ। ਔਰ ਦੂਸਰਾ, ਜਿਹੜੀ ਡੈਥ ਪਨਿਸ਼ਮੈਂਟ, ਡੈਥ ਪੈਨਾਲਟੀ, ਜਿਹੜੀ ਉਹਦੀ ਕਾਨੂੰਨੀ ਵਿਵਸਥਾ ਕੀ ਹੈ, ਔਰ ਖਾਸ ਕਰਕੇ ਹੁਣ ਜਿਹੜਾ ਪ੍ਰੋਫੈਸਰ ਭੁੱਲਰ ਦੀ ਉਮਰ ਕੈਦ ਵਿੱਚ ਤਬਦੀਲ ਤਾਂ ਹੋ ਗਈ, ਪਰ ਉਮਰ ਕੈਦ ਦਾ ਮਤਲਬ ਇਸ ਵੇਲੇ ਜੋ ਅਦਾਲਤਾਂ ਲੈਂਦੀਆਂ ਹਨ ਉਹ ਤੈਅ ਉਮਰ ਹੁੰਦਾ ਹੈ, ਸਾਰੀ ਉਮਰ ਹੁੰਦਾ ਹੈ। ਹਾਂ, ਅਲਬੱਤਾ ਜਿਹੜੀਆਂ ਸਟੇਟ ਗਵਰਨਮੈਂਟ ਹੈ ਉਹ ਉਹਦੇ ਵਿੱਚ ਰਿਆਇਤ ਲਈ ਉਹ ਆਪਣੀ ਰਿਕਮੈਂਡੇਸ਼ਨਸ ਦੇ ਸਕਦੀਆਂ ਹਨ, ਔਰ ਜਿਹਦੇ ਮੁਤਾਬਕ ਉਹ ਸਜ਼ਾ ਘਟ ਜਾਂਦੀ ਹੈ। ਪਿੱਛੇ ਜੇ ਸੁਪਰੀਮ ਕੋਰਟ ਨੇ 2002 ਦੇ ਵਿੱਚ ਇੱਕ ਫੈਸਲਾ ਕੀਤਾ, ਉਹਦੇ ਵਿੱਚ ਕਿਹਾ ਕਿ ਆਮ ਤੌਰ ਦੇ ਉੱਤੇ ਜਿਹੜੀਆਂ ਰਾਜ ਸਰਕਾਰਾਂ ਹਨ ਉਹ ਬਗੈਰ ਇਸ 'ਤੇ ਬਹੁਤਾ ਵਿਚਾਰ ਕੀਤਿਆਂ ਸਿੱਧੇ ਹੀ ਉਮਰ ਕੈਦ ਨੂੰ ਆਮ ਤੌਰ 'ਤੇ 14 ਸਾਲ ਜਾਂ 18 ਸਾਲ ਜਾਂ 20 ਸਾਲ ਸਮਝ ਰਹੀਆਂ ਹਨ, ਜਿਹੜੀਆਂ ਕਿ ਗਲਤ ਹੈ। ਸੋ ਜਿਹੜੀ ਵੀ ਉਹਨਾਂ ਨੇ ਰਿਕਮੈਂਡੇਸ਼ਨ ਕਰਨੀ ਹੈ ਉਸ ਨੂੰ ਪੂਰਾ ਸੋਚ ਸਮਝ ਕੇ ਉਹਦੇ ਮੁਤਾਬਕ ਉਹ ਕਰਨ, ਤਾਂ ਕਿ ਕਾਨੂੰਨ ਦੀ ਵਿਵਸਥਾ ਦੇ ਵਿੱਚ ਵਿਘਨ ਨਾ ਪਵੇ। ਇਹ ਜਿਹੜੀ ਕਾਨੂੰਨੀ ਵਿਵਸਥਾ ਸੀ, ਦਿੱਲੀ ਸਰਕਾਰ ਨੇ ਜਦੋਂ ਕੇਜਰੀਵਾਲ ਦੀ ਸਰਕਾਰ ਸੀ
ਪ੍ਰੋਫੈਸਰ ਭੁੱਲਰ ਦੇ ਕੇਸ ਵਿੱਚ ਦਿੱਲੀ ਸਰਕਾਰ ਨੇ, ਕੇਜਰੀਵਾਲ ਦੀ ਸਰਕਾਰ ਨੇ ਰਿਕਮੈਂਡ ਕੀਤਾ ਸੀ ਕਿ ਪ੍ਰੋਫੈਸਰ ਭੁੱਲਰ ਦੀ ਸਜ਼ਾਏ ਮੌਤ ਨੂੰ ਕਨਵਰਟ ਕਰ ਦਿੱਤਾ ਜਾਏ ਉਮਰ ਕੈਦ ਦੇ ਵਿੱਚ, ਜਿਸ ਦੇ ਬਾਅਦ ਇਹ ਸੁਪਰੀਮ ਕੋਰਟ ਨੇ, ਸਰਕਾਰ ਨੇ ਇਸ ਗੱਲ ਨੂੰ ਮੰਨ ਲਿਆ। ਸੋ ਤੁਸੀਂ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅੰਬਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ? ਮੈਂ ਬਲਜਿੰਦਰ ਸਿੰਘ ਨਿਊਯਾਰਕ, ਨਿਊਯਾਰਕ ਤੋਂ ਬੋਲ ਰਿਹਾ ਜੀ। ਮੈਂ ਦੱਸਣਾ ਸੀ ਕਿ ਇੱਕ ਤੁਹਾਡੇ ਦੋ ਅੱਜ ਸਵਾਲ ਸਨ ਕਿ ਇੱਕ ਕੋਈ ਪੰਥਕ ਜਥੇਬੰਦੀ ਹੈ ਜਾਂ ਹੋਣੀ ਚਾਹੀਦੀ ਹੈ। ਬਹੁਤ ਇੰਪੋਰਟੈਂਟ ਸਵਾਲ ਆ ਜੀ। ਨਾ ਕਿ ਜਿਸ ਤਰ੍ਹਾਂ ਤੁਸੀਂ ਫਰਮਾਇਆ ਕਿ ਰਾਜਨੀਤਿਕ ਕਾਰਨਾਂ ਵਾਸਤੇ ਦੀ ਲੋੜ ਹੈ, ਇਹਦੀ ਲੋੜ ਜਿਹੜੀ ਹੈ ਪੰਥਕ ਸਕ੍ਰਿਪਚਰਸ ਔਰ ਪੰਥਕ ਇਤਿਹਾਸ ਦੇ ਉੱਤੇ ਜਿਹੜੇ ਕਿੰਤੂ ਪ੍ਰੰਤੂ ਹੋ ਰਹੇ ਨੇ, ਇਹਨਾਂ ਦੀ ਰੋਕਥਾਮ ਵਾਸਤੇ ਵੀ ਇੱਕ ਪੰਥਕ ਆਰਗੇਨਾਈਜੇਸ਼ਨ ਜਾਂ ਪੰਥਕ ਜਥੇਬੰਦੀ ਦੀ ਬਹੁਤ ਜ਼ਬਰਦਸਤ ਲੋੜ ਹੈ ਜੀ। ਤੇ ਜਦ ਮੌਜੂਦਾ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦਾ ਉੱਤੇ ਤੇ ਸਰਕਾਰ ਬਿਲਕੁਲ ਕਾਬਜ਼ ਹੋ ਚੁੱਕੀ ਹੈ, ਭਾਵੇਂ ਕਿ ਪਿਛੋਕੜ ਦੇ ਵਿੱਚ ਆਪਾਂ ਟਕਸਾਲ ਲੈ ਲਈਏ ਜਾਂ ਹੋਰ ਪੰਥਕ ਜਥੇਬੰਦੀਆਂ ਲੈ ਲਈਏ, ਉਹਦੇ ਤੇ ਇੱਕ ਗਰੁੱਪ ਦਾ ਪੂਰਾ ਭਾਰੀ ਕਬਜ਼ਾ ਹੋ ਚੁੱਕਾ ਵਾ। ਤੇ ਦੂਸਰੇ ਪਾਸੇ ਜਿਹੜੇ ਅੱਜ ਨਵੇਂ ਉੱਠ ਰਹੇ ਵਿਦਵਾਨ ਨੇ ਉਹ ਕਿੰਤੂ ਪ੍ਰੰਤੂ ਸਕ੍ਰਿਪਚਰਸ ਤੇ ਇਤਿਹਾਸ ਤੇ ਬਿਨਾਂ ਰੋਕ ਟੋਕ ਕਰੀ ਜਾ ਰਹੇ ਨੇ। ਇਹਦੇ ਵਾਸਤੇ ਜ਼ਰੂਰ ਇਹੋ ਜਿਹੀ ਆਰਗੇਨਾਈਜੇਸ਼ਨ ਨਿਰਪੱਖ ਜਿਹੜੀ ਕਿ ਪੰਥਕ ਮਸਲਿਆਂ ਦੇ ਹੀ ਨਜ਼ਰ ਰੱਖੇ ਜ਼ਰੂਰੀ ਹੈ ਜੀ। ਬਾਕੀ ਦੂਸਰਾ ਆਪ ਜੀ ਦਾ ਅੱਜ ਟੌਹੜਾ ਸਾਹਿਬ ਨੂੰ ਸ਼ਰਧਾਂਜਲੀ ਭੇਜ ਦਿੱਤੀ ਗਈ ਹੈ, ਬੜੀ ਬਹੁਤ ਹੀ ਚੰਗੀ ਗੱਲ ਹੈ। ਆਪਨੇ ਦੋ ਇੰਸੀਡੈਂਟਸ ਜਿਹੜੇ ਨੇ ਕੋਟ ਕੀਤੇ ਨੇ, ਇੱਕ ਤੇ ਵਿੱਚ ਉਹਨਾਂ ਨੇ ਸੰਜੇ ਨੈਲ ਸਿੰਘ ਨੂੰ ਬਾਦਸ਼ਾਹ ਆਖਿਆ ਤੇ ਦੂਸਰੇ ਦੇ ਵਿੱਚ ਉਹਨਾਂ ਨੂੰ ਜਰਨੈਲ ਆਪਣਾ ਜਿਹੜਾ ਵਾ ਉਹ ਸਮਝਿਆ ਤੇ ਇਹ ਕਿਹਾ ਕਿ ਉਹ ਜੇਕਰ ਖਾਲਿਸਤਾਨ ਦਾ ਉਹ ਐਲਾਨ ਕਰ ਦਿੰਦੇ ਅਸੀਂ ਉਹਨਾਂ ਦੇ ਨਾਲ ਆ। ਪਰ ਇਹ ਸੰਜੇ ਨੈਲ ਸਿੰਘ ਨੇ ਤੇ ਇਹ ਕਹਿ ਦਿੱਤਾ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਦੇ ਵਿੱਚ ਫੌਜ ਐਂਟਰ ਕਰੇਗੀ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਹੁਣ ਵੇਖਣਾ ਇਹ ਹੈ ਕਿ 20 ਸਾਲ ਜਿਹੜਾ ਸਮਾਂ ਉਹਨਾਂ ਨੇ 1984 ਤੋਂ ਬਾਅਦ ਕੱਢਿਆ, ਟੌਹੜਾ ਸਾਹਿਬ ਨੇ ਉਹਨਾਂ ਨੇ ਉਹ ਸਿਪਾਹੀ ਦਾ ਰੋਲ ਅਦਾ ਕੀਤਾ ਕਿ ਨਹੀਂ ਕੀਤਾ ਉਸ ਮਕਸਦ ਵਾਸਤੇ। ਇਹ ਮੈਂ ਗੁਜ਼ਾਰਿਸ਼ ਕਰਨੀ ਚਾਹੁੰਦਾ ਸੀ। ਜੀ ਠੀਕ ਹੈ, ਤੁਹਾਡੇ ਵਿਚਾਰ ਜਿਹੜੇ ਹੈ ਬਹੁਤ ਬਹੁਤ ਮੁਬਾਰਕ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਸੋ ਟੌਹੜਾ ਸਾਹਿਬ ਦੀ ਸ਼ਖਸੀਅਤ ਬਿਲਕੁਲ ਵਿਲੱਖਣ ਸ਼ਖਸੀਅਤ ਸੀ ਔਰ ਇੱਕ ਗੱਲ ਉਹਨਾਂ ਨੂੰ ਅਖੀਰ ਦੇ ਵਿੱਚ ਇੱਕ ਲਫ਼ਜ਼ ਦੇ ਵਿੱਚ ਜ਼ਰੂਰ ਕਹਿ ਲਿਆ ਜਾਏ ਕਿ ਜਿਹੜੀ ਰੋਜ਼ ਇੱਕ ਅਰਦਾਸਨੁਮਾ ਹੈ, ਪਾਏ ਗਏ ਜਪਤੇ ਤੁਮਰੇ ਤਪਤੇ को आँख तेरे नहीं आन्यो, राम रहीम पुराण कुरान अनेक कहें मत एक न मान्यो, सिमरत शास्त्र वेद सब बहु भेद कहे हमें, श्री कृपा तुमरी कर मैं ना कहो सब तो ही बखान्यो। सो इस दे उत्ते टौहड़ा साहब अखीर तक ਜਿਹੜੇ ਸੀ ਉਹ ਦ੍ਰਿੜ ਰਹੇ। ਬਾਕੀ ਜਿਹੜਾ ਵੀ ਇਨਸਾਨ ਇਸ ਧਰਤੀ ਦੇ ਉੱਤੇ ਆਇਆ ਉਸ ਦੀਆਂ ਊਣਤਾਈਆਂ ਵੀ ਹੋਣਗੀਆਂ, ਚੰਗੇ ਪੱਖ ਵੀ ਹੋਣਗੇ ਔਰ ਜਿਹਦੇ ਤੇ ਕੋਈ ਟਿੱਪਣੀ ਵੀ ਕੀਤੀ ਜਾ ਸਕਦੀ ਹੈ, ਪਰ ਪੱਖ ਕੋਈ ਵੀ ਨਹੀਂ ਹੋ ਸਕਦਾ। ਪਰ ਫਿਰ ਵੀ ਉਹਨਾਂ ਵੱਲੋਂ ਉਹਨਾਂ ਅਸੂਲਾਂ ਨੂੰ ਲੈ ਕੇ ਤੁਰਨਾ ਔਰ ਇੰਨੇ ਲੰਬੇ ਸਮੇਂ ਤੱਕ ਤੁਰਨਾ ਬਹੁਤ ਕਠਿਨ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਕਿਸੇ ਅਸੂਲ ਦੀ ਖਾਤਰ ਆਪਣੀ ਜਾਨ ਦੇ ਦੇਣੀ ਦਿੱਤੀ ਜਾ ਸਕਦੀ ਹੈ, ਪਰ ਬਿਲਕੁਲ ਉਸੇ ਅਸੂਲ ਦੇ ਉੱਤੇ ਸਾਰੀ ਜ਼ਿੰਦਗੀ ਤੁਰਨਾ ਬਹੁਤ ਕਠਿਨ ਹੈ, ਕਿਉਂਕਿ ਉਹ ਪਲ ਪਲ ਤਿਲ ਤਿਲ ਮਰਨ ਦੇ ਬਰਾਬਰ ਹੁੰਦਾ ਹੈ। ਸੋ ਇੱਕ ਗੱਲ, ਸੋ ਇਹ ਬਹੁਤ ਹੀ ਮਹੱਤਵਪੂਰਨ ਸੀ। ਔਰ ਦੂਸਰੇ ਜਿਹੜੇ ਤੁਹਾਨੂੰ ਅਸੀਂ ਡੈਥ ਪੈਨਾਲਟੀ ਦੇ ਬਾਰੇ ਵੀ ਸਾਰੀ ਡਿਟੇਲਸ ਦੱਸੀਆਂ ਤੇ ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਆਪਣੇ ਵਿਚਾਰ ਜ਼ਰੂਰ ਸਾਨੂੰ ਭੇਜੋ lamba@getpunjabi.tv ਦੇ ਉੱਤੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।